ਅਸੀਂ ਉਹਨਾਂ ਦੇ ਹੱਥਾਂ ਵਿੱਚ ਆ ਗਏ। ਉਹਨਾਂ ਨੇ ਮੈਨੂੰ ਖਿੱਚ ਲਿਆ। ਮੇਰੇ ਪਿਤਾ ਜੀ ਮੈਨੂੰ ਇੱਥੇ ਖਿੱਚਦੇ ਸੀ, ਬੂਹੇ ਦੇ ਇਸ ਪਾਰੋਂ ਉੱਥੇ ਖਿੱਚਦੇ ਸੀ। ਫਿਰ ਰਾਤੀ ਸਾਨੂੰ ਸਭ ਤੋਂ ਵੱਡਾ ਕਿ ਸਾਨੂੰ ਕੋਈ ਰੱਖੇ ਨਾ ਆਪਣੇ ਘਰ। ਦੀਵਾ ਅਣਖ ਦਾ ਸਦਾ ਜਗਾਈ ਰੱਖੇ, ਸਿੱਖੀ ਸਿਦਕ ਦੇ ਸੋਹਲ ਬਰੂਟੜੇ ਨੂੰ ਪਾਣੀ ਆਪਣੇ ਖੂਨ ਦਾ ਲਾਈ ਰੱਖੇ। ਮੈਂ ਆਪਣੇ ਪਿਤਾ ਜੀ ਨੂੰ ਹਾਲੇ ਤੱਕ ਨਹੀਂ ਦੱਸਿਆ। ਉਹਨਾਂ ਨੇ ਮੈਨੂੰ ਵੀ ਪੰਜਾਬ ਆਉਣੋਂ ਵਰਜਿਆ ਕਿ ਤੂੰ ਨਾ ਜਾ। ਦੁੱਖ ਇਸ ਗੱਲ ਦਾ ਹੈ ਕਿ ਉਹਨੂੰ ਆਪਣੇ ਕਨੈਕਸ਼ਨਸ ਦੇ ਨਾਲ ਤੋੜਿਆ ਗਿਆ। ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਪੰਜਾਬੀ ਲਿਖਣੀ ਬਿਲਕੁਲ ਹੀ ਨਹੀਂ ਚੰਗੀ ਆਉਂਦੀ ਸੀਗੀ। ਅੱਛਾ। ਮੈਂ ਉਡੀਕ ਰਹੀ ਹੁੰਦੀ ਆ ਜਿੱਦਾਂ ਕੋਈ ਸ਼ਿਕਰਾ ਉਡੀਕ ਰਿਹਾ ਹੁੰਦਾ ਆਪਣੇ ਸ਼ਿਕਾਰ ਨੂੰ। ਮੈਂ ਪੰਜਾਬ ਦੇ ਵਾਸਤੇ ਪਰਫਿਊਮਸ ਔਰ ਘੜੀਆਂ ਨਹੀਂ ਲੈ ਕੇ ਆਉਂਦੀ, ਮੈਂ ਪੰਜਾਬ ਦੇ ਵਾਸਤੇ ਕਿਤਾਬਾਂ ਲੈ ਕੇ ਆਉਂਦੀ। ਧੁੱਪ ਪਊ ਸੜ ਜਾਣਗੇ ਲੱਟਣੂ ਟਣੂ। ਹਾਂਜੀ ਖਾਣਾ ਪਰਾਂਠੇ ਖਾ ਲਓ ਪਰਾਂਠੇ। ਇਹ ਫੱਟੜ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸਦੇ ਹਾਂ। ਸਭ ਤੋਂ ਪਹਿਲੀ ਖਬਰ ਕੀ ਹੋਇਆ? ਕੀ ਹੋ ਗਿਆ? ਟੈਗ मेरे कट्टे के निकल हो गया। ਅੱਛਾ। ਫੋਨ ਕਿੱਦਾਂ ਹੈ? ਆਜੋ ਆਜੋ, ਤੁਸੀਂ ਵੀ ਆਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕੀ ਹਾਲ ਚਾਲ ਹੈ? ਠੀਕ ਹੈ, ਤੁਹਾਡਾ ਕੀ ਹਾਲ ਹੈ? ਬਹੁਤ ਵਧੀਆ, ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ। ਲਿਵਕਾਰ, ਸਤਿ ਸ਼੍ਰੀ ਅਕਾਲ। ਮੈਨੂੰ ਲੱਗਦਾ ਸੀ ਛੋਟੀ ਜਿਹੀ ਹੋਊਗੀ ਲਿਵਕਾਰ। ਬਿਲਕੁਲ ਛੋਟੀ ਜੀ ਹੈ, 11.5 ਸਾਲ ਦੀ। ਓਕੇ। ਸਿਮਰਨਜੀਤ ਸਿੰਘ। ਸਿਮਰਨਪ੍ਰੀਤ। ਸਿਮਰਨਜੀਤ। ਕਿ ਭੈਣ ਜੀ ਕੁਝ ਵੀ ਪਬਲਿਸ਼ ਕਰਨ ਤੋਂ ਪਹਿਲਾਂ ਭੈਣ ਜੀ ਐਡਿਟ ਕਰਦੇ ਸੀਗੇ ਤੇ ਕਾਫੀ ਸਿੱਖਣ ਨੂੰ ਮਿਲਿਆ। ਆਪਣਾ ਨਵਾਂ ਹੀ ਪ੍ਰੋਗਰਾਮ ਸ਼ੁਰੂ ਹੋਇਆ, ਜ਼ਿੰਦਗੀ ਦੇ ਨਾਮ। ਬਹੁਤ ਹੀ ਨੈਚੁਰਲ ਜੀ ਗੱਲ ਕਰਨੀ ਹੈ ਕਿ ਆਪਾਂ ਕੋਈ ਫਾਰਮੈਲਿਟੀ ਨਹੀਂ। ਇਹ ਤੇ ਕੀੜੇ ਨੇ, ਕਦੇ ਵੱਢਦੇ ਨੇ ਪਰ ਐ ਚਿਮਟੇ ਮਰਜ਼ੀ ਵੱਢ ਸਕਦੇ ਨੇ। ਓਕੇ। ਕਿਤਾਬਾਂ ਰੱਖੋਗੇ? ਕਿਤਾਬਾਂ ਕਿੱਦਾਂ ਰੱਖੀਏ? ਇੱਥੇ ਰੱਖੀਏ? ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਹਫਤਾਵਰੀ ਪ੍ਰੋਗਰਾਮ ਜ਼ਿੰਦਗੀ ਦੇ ਨਾਮ ਦੇ ਵਿੱਚ। ਜ਼ਿੰਦਗੀ ਦੇ ਨਾਮ ਦਾ ਦੂਸਰਾ ਭਾਗ ਲੈ ਕੇ ਅਸੀਂ ਤੁਹਾਡੇ ਨਾਲ ਜੁੜੇ ਹਾਂ। ਜ਼ਿੰਦਗੀ ਦੇ ਬਾਰੇ ਥੋੜੀ ਜਿਹੀ ਗੱਲ ਕਰ ਲਈਏ, ਫਿਰ ਸਾਡੇ ਖਾਸ ਮਹਿਮਾਨ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਜ਼ਿੰਦਗੀ ਇੱਕ ਕਹਾਣੀ ਹੁੰਦੀ ਹੈ, ਹਰ ਕਿਸੇ ਦੀ ਜ਼ਿੰਦਗੀ ਦੀ ਆਪਣੀ ਕਹਾਣੀ ਹੁੰਦੀ ਹੈ, ਪਰ ਦੁਨੀਆ ਦੇ ਵਿੱਚ ਕਰੋੜਾਂ ਅਰਬਾਂ ਖਰਬਾਂ ਲੋਕ ਵਸਦੇ ਨੇ। ਹਰ ਕਿਸੇ ਦੀ ਕਹਾਣੀ ਪੂਰੀ ਦੁਨੀਆ ਕਦੇ ਨਹੀਂ ਸੁਣ ਸਕਦੀ ਤੇ ਨਾ ਹੀ ਕਿਸੇ ਨੂੰ ਸੁਣਾਉਣ ਦਾ ਮੌਕਾ ਮਿਲਦਾ ਹੈ।
ਬਹੁਤ ਥੋੜੇ ਲੋਕ ਹੁੰਦੇ ਨੇ ਜਿਨ੍ਹਾਂ ਦੀਆਂ ਕਹਾਣੀਆਂ ਸਾਨੂੰ ਮੀਡੀਆ ਦੇ ਰਾਹੀਂ ਸੁਣਨ ਨੂੰ ਮਿਲਦੀਆਂ ਨੇ, ਕਿਤਾਬਾਂ ਜਿਨ੍ਹਾਂ ਦੀਆਂ ਛਪਦੀਆਂ ਨੇ, ਤੇ ਉਹ ਜਿਹੜੇ ਇਨਸਾਨ ਹੁੰਦੇ ਨੇ ਉਹਨਾਂ ਨੂੰ ਪਰਮਾਤਮਾ ਨੇ ਖਾਸ ਬਖਸ਼ਿਸ਼ ਦੇ ਕੇ ਭੇਜਿਆ ਹੁੰਦਾ ਕਿ ਉਹ ਇਸ ਦੁਨੀਆ ਤੇ ਕੁਝ ਕਰਕੇ ਜਾਂਦੇ ਨੇ, ਆਪਣਾ ਨਾਮ ਕਮਾ ਕੇ ਜਾਂਦੇ ਨੇ। ਸਿਰਫ ਤੇ ਸਿਰਫ ਆਪਣੇ ਲਈ ਜ਼ਿੰਦਗੀ ਨਹੀਂ ਜਿਉਂ ਕੇ ਜਾਂਦੇ, ਦੂਸਰਿਆਂ ਲਈ ਵੀ ਜਿਉਂ ਕੇ ਜਾਂਦੇ ਨੇ। ਜ਼ਿੰਦਗੀ ਦੇ ਨਾਮ ਪ੍ਰੋਗਰਾਮ ਦੇ ਸਾਡੇ ਅੱਜ ਦੇ ਖਾਸ ਮਹਿਮਾਨ ਨੇ ਗੁਰਮੀਤ ਕੌਰ ਜੀ ਤੇ ਉਹਨਾਂ ਦੀ ਬੇਟੀ ਲਿਵ ਕੌਰ। ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਬਹੁਤ ਬਹੁਤ ਪਿਆਰ। ਲਿਵ ਕੌਰ ਦੇ ਮਾਈਕ ਨਹੀਂ ਲੱਗਿਆ, ਸੋ ਸਾਡੇ ਕੋਲ ਦੋ ਹੀ ਮਾਈਕ ਨੇ, ਅਸੀਂ ਥੋੜਾ ਸ਼ਿਫਟ ਕਰਾਂਗੇ। ਤੇ ਭੈਣ ਜੀ ਗੁਰਮੀਤ ਕੌਰ ਨੇ ਜਿਹੜੇ, ਮੈਂ ਇਹਨਾਂ ਨੂੰ ਭੈਣ ਜੀ ਕਹਿੰਦੀ ਆ, ਤੇ ਉਹ ਪੰਜਾਬ ਦੇ ਰਹਿਣ ਵਾਲੇ ਨਹੀਂ ਹੈਗੇ। ਸਾਡੇ ਪ੍ਰੋਗਰਾਮ ਦੇ ਮਹਿਮਾਨ ਤਾਂ ਕਰਕੇ ਨੇ ਕਿਉਂਕਿ ਪੰਜਾਬ ਦੇ ਰਹਿਣ ਵਾਲੇ ਨਾ ਹੋਣ ਦੇ ਬਾਵਜੂਦ ਵੀ ਪੰਜਾਬ ਤੇ ਪੰਜਾਬੀ ਦੇ ਨਾਲ ਬਹੁਤ ਮੋਹ ਰੱਖਦੇ ਨੇ ਅਤੇ ਉਹਨਾਂ ਨੇ ਇੰਨੀਆਂ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ। ਹੁਣ ਤੱਕ 11 ਕਿਤਾਬਾਂ ਲਿਖ ਚੁੱਕੇ ਨੇ, ਛਪਵਾ ਕੇ ਲੋਕਾਂ ਦੇ ਸਾਹਮਣੇ ਰੱਖ ਚੁੱਕੇ ਨੇ। ਆਖਿਰਕਾਰ ਪੰਜਾਬ ਦੇ ਨਾਲ ਇੰਨਾ ਪਿਆਰ ਕਿਵੇਂ ਪੈ ਗਿਆ, ਪੰਜਾਬੀ ਕਿਵੇਂ ਸਿੱਖੀ। ਅੱਜ ਕੱਲ ਅਮਰੀਕਾ ਦੇ ਵਾਸੀ ਨੇ, ਪੰਜਾਬ ਦੇ ਰਹਿੰਦੇ ਨਹੀਂ ਹੈਗੇ, ਮੱਧ ਪ੍ਰਦੇਸ਼ ਦੇ ਨੇ। ਕਾਨਪੁਰ ਦੇ ਵਿੱਚ ਜਨਮ ਹੋਇਆ, ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਦਾ ਇੰਦੌਰ ਦੇ ਵਿੱਚ ਪਾਲਣ ਪੋਸ਼ਣ ਹੋਇਆ, ਉਸ ਤੋਂ ਬਾਅਦ ਅਮਰੀਕਾ ਚਲੇ ਗਏ। ਉਹ ਸਾਰੀ ਜਿਹੜੀ ਕਹਾਣੀ ਆਪਾਂ ਸੁਣਾਂਗੇ, ਇੱਕ ਸੰਘਰਸ਼ ਦੀ ਕਹਾਣੀ। ਤੇ ਇੱਕ ਮਿਸਾਲ ਹੈ ਲਿਵ ਕੌਰ, ਅਮਰੀਕਾ ਦੇ ਵਿੱਚ ਹੀ ਉਹ ਵੀ ਉਹਦਾ ਜਨਮ ਹੋਇਆ, ਅਮਰੀਕਾ 'ਚ ਹੀ ਜਨਮ ਹੋਇਆ ਭੈਣ ਜੀ। ਸੋ ਉੱਥੇ ਰਹਿ ਕੇ ਲਿਵ ਕੌਰ ਵੀ ਬਹੁਤ ਚੰਗੀ ਪੰਜਾਬੀ ਬੋਲਦੀ ਹੈ, ਇੰਨੀ ਸ਼ੁੱਧ ਸ਼ਾਇਦ ਅਸੀਂ ਵੀ ਨਹੀਂ ਬੋਲ ਸਕਦੇ। ਸੋ ਲਿਵ ਕੌਰ ਅੱਖਾਂ ਬੰਦ ਕਰ ਰਹੀ ਹੈ। ਸੋ ਲਿਵ ਕੌਰ ਕਵਿਤਾਵਾਂ ਬੋਲਦੀ ਹੈ। ਆਪਾਂ ਪਹਿਲਾਂ ਕਵਿਤਾ ਸੁਣਾਂਗੇ ਤੇ ਫਿਰ ਲਿਵ ਕੌਰ ਨੂੰ ਆਪਾਂ ਫ੍ਰੀ ਕਰਾਂਗੇ ਤੇ ਫਿਰ ਭੈਣ ਜੀ ਦੀ ਗੱਲਬਾਤ ਸਾਰੀ ਸੁਣਾਂਗੇ। ਸੋ ਮੈਂ ਮਾਈਕ ਆਪਣਾ ਦੇ ਰਹੀ ਹਾਂ। ਪੂਰਾ ਸਾਰਾ ਆਉਂਦਾ ਤੁਹਾਨੂੰ? ਲਿਖਣਾ ਪੜ੍ਹਨਾ ਆਉਂਦਾ? ਮੰਮੀ ਨੇ ਸਿਖਾਇਆ? ਹਾਂਜੀ, ਇਹਨਾਂ ਨੇ ਸਿਖਾਇਆ। ਇਹਨਾਂ ਨੇ ਜਦ ਤੋਂ ਮੈਂ ਇਹਨਾਂ ਦੇ ਢਿੱਡ ਵਿੱਚ ਸੀਗੀ ਨਾ, ਤਾਂ ਤੋਂ ਉਹ ਮੈਨੂੰ ਲੋਰੀਆਂ ਵਗੈਰਾ ਸੁਣਾਉਂਦੇ ਸੀਗੇ। ਤੇ ਬਾਹਰ ਆਉਂਦੇ ਸਾਰੀ ਊੜਾ ਐੜਾ ਸਿਖਾਉਣਾ ਸ਼ੁਰੂ ਕਰਤਾ ਇਹਨਾਂ ਨੇ। ਕੀ ਬਾਤ ਹੈ। ਮੈਨੂੰ ਲੱਗਦਾ ਕਿ ਮੇਰੇ ਉੱਤੇ ਉਹਨਾਂ ਦਾ ਅਸਰ ਪਿਆ। ਸੋ ਕਵਿਤਾ ਕਿਹੜੀ ਹੁਣ ਸੁਣਾਓਗੇ? ਉਹ ਲਿਖੀ ਕਿਹਨੇ ਆ? ਇੱਕ ਕਵਿਤਾ ਬੜੀ ਪਿਆਰੀ ਹੈਗੀ ਹੈ, ਪ੍ਰੀਤਮ ਸਿੰਘ ਕਾਸਤ ਦੀ ਲਿਖੀ ਹੋਈ ਹੈ, ਚਮਕੌਰ ਦੀ ਗੜੀ ਉਸਦਾ ਨਾਮ। ਸੋ ਪੇਸ਼ ਹੈ ਚਮਕੌਰ ਦੀ ਗੜੀ। ਪੂਜਨੀਕ ਚਮਕੌਰ ਦੀ ਪਾਕ ਗੜੀਏ, ਆਪਣੇ ਆਪ ਨੂੰ ਮੇਰਾ ਪ੍ਰਣਾਮ ਦੇ ਦੇ। ਕਾਸਤ ਖੜਾ ਹੈ ਤੇਰੇ ਦੁਆਰ ਉੱਤੇ, ਮੇਰੀ ਕੌਮ ਲਈ ਕੋਈ ਪੈਗਾਮ ਦੇ ਦੇ। ਆਪਣੀ ਅਣਖ ਦੀ ਭਰੀ ਸਰਾਹੀ ਵਿੱਚੋਂ ਭਰ ਕੇ ਅਣਖ ਦਾ ਇੱਕੋ ਹੀ ਜਾਮ ਦੇ ਦੇ। ਜਿਹਨੂੰ ਭਰਦਿਆਂ ਕੌਮ ਦੀ ਰੂਹ ਅੰਦਰ ਮੇਰੀ ਕਲਮ ਨੂੰ ਐਸਾ ਕਲਾਮ ਦੇ ਦੇ। ਕਾਸਤ ਕਹੀ ਦਸ਼ਮੇਸ਼ ਦੀ ਕੌਮ ਤਾਈਂ ਦੀਵਾ ਅਣਖ ਦਾ ਸਦਾ ਜਗਾਈ ਰੱਖੇ। ਸਿੱਖੀ ਸਿਦਕ ਦੇ ਸੋਹਲ ਬਰੂਟੜੇ ਨੂੰ ਪਾਣੀ ਆਪਣੇ ਖੂਨ ਦਾ ਲਾਈ ਰੱਖੇ, ਪਾਣੀ ਆਪਣੇ ਖੂਨ ਦਾ ਲਾਈ ਰੱਖੇ। ਬਹੁਤ ਵਧੀਆ, ਬਹੁਤ ਹੀ ਪ੍ਰੀਤਮ ਸਿੰਘ ਕਾਸਤ ਹੋਣਾ ਨੇ ਬਹੁਤ ਜਿੰਨੇ ਭਾਵਪੂਰਨ ਅੰਦਾਜ਼ ਦੇ ਵਿੱਚ ਲਿਖੀ ਹੈ, ਉਨੀ ਸੋਹਣੀ ਲਿਵ ਕੌਰ ਨੇ ਗਾਈ ਹੈ। 7ਵੀਂ ਕਲਾਸ 'ਚ ਜਾ ਰਹੇ ਹੋ ਹੁਣ? ਹਾਂਜੀ। ਚਲੋ ਠੀਕ ਹੈ, ਇੱਕ ਵਾਰੀ ਫਰੇਮ ਸੈੱਟ ਕਰ ਲਓ ਤੁਸੀਂ। ਸੋ ਲਿਵ ਕੌਰ ਚਲੀ ਗਈ ਹੈ ਤੇ ਹੁਣ ਆਪਾਂ ਗੱਲਾਂ ਕਰਦੇ ਹਾਂ ਭੈਣ ਜੀ। ਸੋ ਤੁਸੀਂ ਕਾਨਪੁਰ ਦੇ ਵਿੱਚ ਜੰਮੇ, ਉਸ ਤੋਂ ਬਾਅਦ ਇੰਦੌਰ ਦੇ ਵਿੱਚ ਤੁਸੀਂ ਕਿੰਨਾ ਟਾਈਮ ਰਹੇ ਤੇ ਅਮਰੀਕਾ ਕਦੋਂ ਚਲੇ ਗਏ? ਹਾਂ, ਇੰਦੌਰ ਮੈਂ 20 ਸਾਲ ਰਹੀ। ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਉੱਥੋਂ। ਫਿਰ ਮੈਂ 1 ਸਾਲ ਕੰਮ ਵੀ ਕੀਤਾ ਇੰਡੀਆ ਵਿੱਚ, ਅਹਿਮਦਾਬਾਦ ISRO। ਮੈਂ ਡਬਲ ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਕੀਤੀ ਸੀ। ਅੱਛਾ। ਸੋ ਮੇਰੀ ਫਸਟ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੇ ਕੰਪਿਊਟਰਸ ਨੂੰ ਮੇਨਟੇਨ ਕਰਨਾ ਮੇਰੀ ਫਸਟ ਹਾਰਡਵੇਅਰ ਜੌਬ ਸੀਗੀ। ਉਸ ਵੇਲੇ ਕੁੜੀਆਂ ਸਭ ਨਹੀਂ ਕਰਦੀਆਂ ਹੁੰਦੀਆਂ ਸੀ। ਫਿਰ ਮੈਂ ਕੁਝ ਚਿਰ ਹੈਦਰਾਬਾਦ ਵਿੱਚ ਇੱਕ ਪ੍ਰੋਜੈਕਟ ਸੀ, ਉੱਥੇ ਕੰਮ ਕੀਤਾ। ਫਿਰ ਮੈਂ ਨਾਲ GRE ਦੀ ਪੜ੍ਹਾਈ ਕਰ ਰਹੀ ਸੀ, ਮਾਸਟਰਸ ਕੰਪਿਊਟਰ ਸਾਇੰਸ ਕਰਨ ਵਾਸਤੇ ਅਮਰੀਕਾ ਵਿੱਚ। ਠੀਕ ਹੈ। ਤੇ ਜਿਸ ਤਰ੍ਹਾਂ ਹੀ ਮੇਰਾ ਰਿਜ਼ਲਟਸ ਆਏ, ਵੀਜ਼ਾ ਮਿਲਿਆ ਤੇ ਮੈਂ ਅਮਰੀਕਾ ਚਲੀ ਗਈ। ਉਹਦੇ ਬੀਜ ਮੇਰੇ ਪਿਤਾ ਜੀ ਨੇ ਮੇਰੇ ਅੰਦਰ ਬੀਜੇ ਸੀ ਜਦ 84 ਹੋਇਆ। ਅੱਛਾ, ਮਤਲਬ ਪੰਜਾਬੀ ਨਾਲ ਜਿਹੜਾ ਇੰਨਾ ਪਿਆਰ ਤੁਹਾਡਾ ਹੈ? ਹਾਂ, ਨਹੀਂ, ਅਮਰੀਕਾ ਜਾਣ ਦਾ। ਅਮਰੀਕਾ ਜਾਣ ਦਾ, ਓਕੇ। ਔਰ ਸ਼ਾਇਦ 84 ਕਰਕੇ ਪੰਜਾਬੀ ਦਾ ਪਿਆਰ ਵੀ ਆਇਆ, ਕਿਉਂਕਿ ਆਪਣੀ ਹੋਂਦ ਦਾ ਅਹਿਸਾਸ ਹੋਇਆ। ਕਿਉਂਕਿ ਪੰਜਾਬ ਤੋਂ ਵਿਛੜੇ ਅਸੀਂ ਲੋਕ ਹੁਣ 75 ਸਾਲ ਹੋ ਗਏ ਜਿੱਦਾਂ, ਤੇ 3 ਪੀੜ੍ਹੀਆਂ ਤੋਂ ਪੰਜਾਬ ਤੋਂ ਬਾਹਰ।
ਸੋ 84 ਦਾ ਤੁਸੀਂ ਕਹਿੰਦੇ ਹੋ ਕਿ ਜਦੋਂ 84 ਹੋਇਆ, 84 ਦਾ ਜ਼ਿਆਦਾ ਪ੍ਰਭਾਵ ਮੰਨਿਆ ਜਾਂਦਾ ਕਿ ਦਿੱਲੀ ਦੇ ਵਿੱਚ ਹੋਇਆ, ਪੰਜਾਬ ਦੇ ਕਈ ਹਿੱਸਿਆਂ ਵਿੱਚ, ਕਾਨਪੁਰ ਦੇ ਵਿੱਚ ਵੀ ਹੋਇਆ। ਤੁਹਾਡੇ ਤੱਕ ਵੀ ਸੇਕ ਪਹੁੰਚਿਆ, ਇੰਦੌਰ ਦੇ ਵਿੱਚ ਵੀ? ਹਾਂਜੀ, ਜਦ ਕੋਈ 84 ਦੇ ਨਵੰਬਰ ਦੇ ਘੱਲੂਘਾਰੇ ਨੂੰ ਰਾਈਟਸ ਕਹਿੰਦਾ ਹੈ ਜਾਂ ਦਿੱਲੀ ਰਾਈਟਸ ਕਹਿੰਦਾ ਹੈ ਤੇ ਮੈਨੂੰ ਬਹੁਤ ਗੁੱਸਾ ਚੜਦਾ, ਕਿਉਂਕਿ ਇੰਡੀਆ ਦੇ ਹਰ ਮੇਜਰ ਸਿਟੀ ਵਿੱਚ, ਟਾਊਨ ਵਿੱਚ ਸੰਤਾਪ ਹੋ ਗਿਆ ਸਿੱਖਾਂ ਨੇ। ਤੇ ਇੰਦੌਰ ਤੱਕ ਵੀ ਸੇਕ ਪਹੁੰਚਿਆ, ਬਿਲਕੁਲ ਪਹੁੰਚਿਆ। ਇੰਦੌਰ ਵਿੱਚ ਕਈ ਮੌਤਾਂ ਵੀ ਹੋਈਆਂ, ਪਰ ਕਾਨਪੁਰ ਜੋ ਹੋਇਆ ਉਹ ਤੇ ਦਿੱਲੀ ਦੇ ਬਰਾਬਰ ਸੀਗਾ, ਦਿੱਲੀ ਤੋਂ ਕੋਈ ਘੱਟ ਨਹੀਂ ਸੀਗਾ। ਤੁਹਾਨੂੰ ਗੁੱਸਾ ਕਿਉਂ ਚੜਦਾ ਰਾਈਟਸ ਕਹਿਣ ਤੇ? ਰਾਈਟਸ ਕਹਿੰਦੇ ਕਿਉਂਕਿ ਉਹ ਰਾਈਟਸ ਤੇ ਸੀ ਨਹੀਂ ਨਾ, ਉਹ ਦੰਗੇ ਤੇ ਨਹੀਂ ਸੀਗੇ, ਦੋਵੇਂ ਧਿਰਾਂ ਤੇ ਨਹੀਂ ਨਿਕਲੀਆਂ ਸੀ ਇੱਕ ਦੂਜੇ ਨੂੰ ਮਾਰਨ ਵਾਸਤੇ। ਉਹ ਤੇ ਆਰਗੇਨਾਈਜ਼ਡ ਪ੍ਰੋਗਰਾਮ ਸੀਗੇ, ਕਤਲੇਆਮ ਸੀਗਾ, ਜਿਹਨੂੰ ਘੱਲੂਘਾਰਾ ਕਹਿ ਸਕਦੇ ਆ, ਕਤਲੇਆਮ ਕਹਿ ਸਕਦੇ ਆ, ਨਸਲਕੁਸ਼ੀ ਕਹਿੰਦੇ ਆ। ਸੋ ਉਹ ਗਲਤ ਟਰਮੀਨੋਲੋਜੀ ਹੈ, ਉਹਨੂੰ ਡਿਮਿਨਿਸ਼ ਕਰਨ ਵਾਸਤੇ ਇਹਨਾਂ ਨੇ ਘੜੀ ਹੈ। ਇੰਦੌਰ ਤੱਕ ਵੀ ਤੁਸੀਂ ਕਹਿੰਦੇ ਹੋ ਸੇਕ ਪਹੁੰਚਿਆ, ਤੁਹਾਨੂੰ ਵੀ ਤੁਸੀਂ ਕੀ ਕੁਝ ਦੇਖਿਆ ਉਦੋਂ? ਕਿੰਨੇ ਕੁ ਸਾਲ ਦੇ ਸੀਗੇ ਤੁਸੀਂ? ਮੈਂ 15 ਸਾਲਾਂ ਦੀ ਸੀ। ਸਾਡੇ ਘਰ ਫਸਾਦੀ ਆਏ, ਸਾਡੇ ਘਰ ਦੇ ਲਾਗੇ ਇੰਦੌਰ ਦਾ ਡੀਐਸਪੀ ਹੁੰਦੇ ਸੀ ਸ਼ਾਇਦ, ਉਹ ਰਹਿੰਦੇ ਸੀਗੇ, ਕੋਈ ਪੁਲਿਸ ਅਫਸਰ ਸੀ। ਔਰ ਉਹ ਮੇਰੇ ਪਿਤਾ ਜੀ ਦੇ ਕੋਲ ਉਹਨਾਂ ਦਾ ਹਰ ਹਫਤੇ ਆਣਾ ਉੱਠਣਾ ਬੈਠਣਾ ਸੀਗਾ। ਅੱਛਾ। ਅਸੀਂ ਜਦ ਪਹਿਲੀ ਵਾਰੀ ਫਸਾਦੀ ਆਏ, ਪੱਥਰਬਾਜ਼ੀ ਕਰਕੇ ਗਏ, ਤੇ ਅਸੀਂ ਉਹਨਾਂ ਨੂੰ ਫੋਨ ਕੀਤਾ, ਅਸੀਂ ਪੁਲਿਸ ਨੂੰ ਬਹੁਤ ਫੋਨ ਕੀਤੇ, ਸਾਡੇ ਘਰ ਕੋਈ ਨਹੀਂ ਆਇਆ। ਤੇ ਅਸੀਂ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਫਿਰ ਨਾ ਧਮਕੀ ਭਰੇ ਫੋਨ ਆਣੇ ਸ਼ੁਰੂ ਹੋ ਗਏ। ਫਿਰ ਉਹਨਾਂ ਨੇ ਬਹੁਤ ਗੰਦੀਆਂ ਗੱਲਾਂ ਕੀਤੀਆਂ ਕੁੜੀਆਂ ਬਾਰੇ, ਕਿਉਂਕਿ ਮੇਰੀ ਛੋਟੀ ਭੈਣ, ਮੇਰੀ ਮਾਤਾ ਜੀ ਬਾਰੇ, ਤੇ ਸਾਨੂੰ ਬਹੁਤ ਬੁਰੀ ਤਰ੍ਹਾਂ ਡਰਾਇਆ। ਤੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਦੇ ਸੁਣੀਆਂ ਨਹੀਂ ਸੀਗੀਆਂ ਜ਼ਿੰਦਗੀ ਵਿੱਚ, ਮਾਰਨ ਦੀਆਂ ਧਮਕੀਆਂ ਦਿੱਤੀਆਂ। ਤੇ ਅਸੀਂ ਸਾਰੇ ਕਿੱਥੇ ਜਾਈਏ, ਪੁਲਿਸ ਉੱਥੇ ਆ ਨਹੀਂ ਰਹੀ, ਕਿਸੇ ਨੂੰ ਜਾਣਦੇ ਨਹੀਂ ਹੈ, ਗੁਆਂਢੀ ਕੋਈ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ। ਅਸੀਂ ਫਿਰ ਤਾਲੇ ਵਗੈਰਾ ਲਾ ਕੇ ਅੰਦਰ ਬੈਠ ਕੇ, ਮੈਨੂੰ ਯਾਦ ਹੈ ਮੇਰੇ ਪਿਤਾ ਜੀ ਕਹਿੰਦੇ ਸੀਗੇ ਕਿ ਕਾਸ਼ ਸਾਡੇ ਘਰ ਕੋਈ ਅਸਲਾ ਹੁੰਦਾ, ਸਾਡੇ ਘਰ ਕੋਈ ਅਸਲਾ ਨਹੀਂ ਸੀਗਾ। ਜੋ ਵੀ ਅਸੀਂ ਇਕੱਠਾ ਕਰ ਸਕੇ ਲੈ ਕੇ ਇਕੱਠਾ ਕਰਕੇ ਬੈਠ ਗਏ। ਇੱਕ ਵਾਰੀ ਆਏ, ਦੂਜੀ ਵਾਰੀ ਆਏ, ਪੱਥਰਾਂ ਨਾਲ ਸ਼ੀਸ਼ੇ ਵਗੈਰਾ ਤੋੜ ਦਿੱਤੇ, ਡਰਾਉਂਦੇ ਸੀਗੇ। ਤੀਜੀ ਵਾਰੀ ਜਦ ਆਏ, ਉਹਨਾਂ ਦੇ ਹੱਥਾਂ ਵਿੱਚ ਮਸ਼ਾਲਾਂ ਸੀਗੀਆਂ, ਉਹਨਾਂ ਨੇ ਬਾਹਰ ਬਿਜਲੀ ਦਾ ਕਨੈਕਸ਼ਨ ਤੋੜਤਾ, ਸਾਰੇ ਸਕੂਟਰ ਵਗੈਰਾ ਅੱਗ ਲਾ ਦਿੱਤੀ ਤੇ ਅੰਦਰ ਵੜਾਏ ਬੂਆ ਤੋੜ ਕੇ। ਅੱਛਾ। ਮੇਰਾ ਨਿੱਕਾ ਭਰਾ ਤੇ ਬਹੁਤ ਛੋਟਾ ਸੀਗਾ, 9-10 ਵਰਿਆਂ ਦਾ ਸੀਗਾ। ਮੇਰੇ ਪਿਤਾ ਜੀ ਔਰ ਮੈਂ, ਅਸੀਂ ਆਪਣੇ ਬਾਕੀਆਂ ਨੂੰ ਕਿਹਾ ਕਿ ਤੁਸੀਂ ਪਿੱਛੇ ਦੀ ਕੰਧ ਟੱਪ ਕੇ ਭੱਜ ਜਾਓ, ਤੇ ਅਸੀਂ ਇੱਕ ਬੂਆ ਲੈ ਕੇ ਦੋਵੇਂ ਖੜੇ ਹੋ ਗਏ ਬੰਦ ਕਰਕੇ, ਕਿ ਤਾਂ ਕਿ ਉਹਨਾਂ ਨੂੰ ਸਮਾਂ ਮਿਲੇ ਕਿ ਉਹ ਭੱਜ ਜਾਣ। ਅਸੀਂ ਡਰੇ ਹੋਏ ਸੀ, ਪੂਰੇ ਦਿਨ ਦੇ ਭੁੱਖੇ ਔਰ ਡਰੇ ਹੋਏ ਸਹਿਮੇ ਸੀਗੇ, ਪਰ ਅਸੀਂ ਦੋਵੇਂ ਖੜ ਗਏ ਉੱਥੇ। ਅਸੀਂ ਉਹਨਾਂ ਦੇ ਹੱਥਾਂ ਵਿੱਚ ਆ ਗਏ, ਉਹਨਾਂ ਨੇ ਮੈਨੂੰ ਖਿੱਚ ਲਿਆ। ਮੇਰੇ ਪਿਤਾ ਜੀ ਮੈਨੂੰ ਇੱਥੇ ਖਿੱਚਦੇ ਸੀ, ਬੂਏ ਦੇ ਇਸ ਪਾਰ, ਉਹ ਉੱਥੇ ਖਿੱਚਦੇ ਸੀ। ਕਿਸੇ ਤਰ੍ਹਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਜੋਸ਼ ਦਿੱਤਾ, ਮੈਨੂੰ ਇੱਥੇ ਇਸ ਪਾਸੇ ਖਿੱਚ ਲਿਆ। ਅਸੀਂ ਬੂਆ ਬੰਦ ਕੀਤਾ। ਉਸ ਵਕਤ ਸਾਡੇ ਅੰਦਰ ਜਿਹੜੀ ਮਤਲਬ ਸ਼ਕਤੀ ਆਈ, ਉਹ ਪਤਾ ਨਹੀਂ ਕਿੱਥੋਂ ਆਈ। ਇੱਥੇ ਬੂਆ ਬੰਦ ਕੀਤਾ ਔਰ ਅਸੀਂ ਵੀ ਉਹ ਕੰਧ ਟੱਪ ਕੇ ਭੱਜ ਗਏ। ਉੱਥੇ ਦੇਖਿਆ ਮੇਰੇ ਮਾਤਾ ਜੀ ਥੱਲੇ ਡਿੱਗੇ ਹੋਏ ਸੀਗੇ, ਕਿਉਂਕਿ ਉਹ 8 ਫੁੱਟ ਉੱਚੀ ਕੰਧ ਸੀਗੀ ਉਸ ਪਾਸੇ। ਫਿਰ ਅਸੀਂ ਵੱਖਰੀਆਂ ਥਾਵਾਂ ਤੇ ਭੱਜੇ, ਕੋਈ ਇੱਥੇ ਕੋਈ ਉੱਥੇ। ਕਰੀਬ 4-5 ਘੰਟੇ ਸਾਨੂੰ ਪਤਾ ਨਹੀਂ ਸੀਗਾ ਕਿ ਸਾਡੇ ਘਰ ਵਿੱਚ ਕੌਣ ਜਿਉਂਦਾ ਕੌਣ ਮਰ ਗਿਆ। ਮੇਰੇ ਛੋਟੇ ਭੈਣ ਭਰਾਵਾਂ ਨੂੰ ਉੱਥੇ ਕ੍ਰਿਸਚੀਅਨ ਟੀਚਰਸ ਰਹਿੰਦੇ ਸੀਗੇ ਅਪਾਰਟਮੈਂਟਸ ਵਿੱਚ, ਉਹਨਾਂ ਨੇ ਉਹ ਜਿਸ ਤਰ੍ਹਾਂ ਕੰਧ ਟੱਪੇ, ਕਿਸੇ ਨੇ ਆਪਣੇ ਘਰ ਖਿੱਚ ਲਿਆ। ਮੈਂ ਔਰ ਮੇਰੇ ਮੰਮੀ ਕਿਸੇ ਜੈਨ ਪਰਿਵਾਰ ਦੇ ਘਰ ਜਾ ਕੇ ਲੁਕ ਗਏ, ਤੇ ਮੇਰੇ ਪਿਤਾ ਜੀ ਸਾਨੂੰ ਪਤਾ ਨਹੀਂ ਕਿੱਥੇ। ਫਿਰ ਰਾਤੀ ਸਾਨੂੰ ਸਭ ਤੋਂ ਵੱਡਾ ਕਿ ਸਾਨੂੰ ਕੋਈ ਰੱਖੇ ਨਾ ਆਪਣੇ ਘਰ। ਫਿਰ ਇੱਕ ਕਿਸੇ ਦੋਸਤ ਮਿੱਤਰ ਨੇ ਆਪਣੇ ਘਰ ਰੱਖਿਆ। ਸਾਰੇ ਡਰਦੇ ਸੀ ਕਿ ਸਾਡੇ ਘਰ ਆ ਜਾਣਗੇ, ਔਰ ਡਰਦੇ ਔਰ ਉਹਨਾਂ ਨੇ ਕਿਹਾ ਕੱਲ ਨੂੰ ਆਪਣਾ ਇੰਤਜ਼ਾਮ ਕਰ ਲਿਓ ਤੁਸੀਂ। ਸ਼ਹਿਰ ਵਿੱਚ ਕਰਫਿਊ ਲੱਗਿਆ ਹੋਇਆ, ਅਸੀਂ ਕਿੱਥੇ ਜਾਈਏ। ਫਿਰ ਕਿੰਨੇ ਕੁ ਪਰਿਵਾਰ ਸੀ ਉੱਥੇ ਸਿੱਖ? ਇੰਦੌਰ ਵਿੱਚ ਹਜ਼ਾਰਾਂ ਸਿੱਖ ਨੇ, ਹੁਣ ਤੇ 2 ਲੱਖ ਸਿੱਖ ਹਨ, ਤੇ ਉਸ ਵੇਲੇ ਮੇਰੇ ਖਿਆਲ 50-60 ਹਜ਼ਾਰ ਸਿੱਖ ਆਬਾਦੀ ਹੋਣੀ ਹੈ। ਤੇ ਕਈ ਸਿੱਖਾਂ ਦਾ ਪਤਾ ਚੱਲਿਆ ਕਿ ਕਤਲ ਵੀ ਹੋਏ ਤੇ ਕੁੜੀਆਂ ਦੇ ਨਾਲ ਜਬਰ ਜਨਾਹ ਵੀ ਹੋਏ। ਤੇ ਪਰ ਅਸੀਂ ਕਿਸੇ ਤਰ੍ਹਾਂ ਬਚ ਨਿਕਲੇ। ਪਰ ਰਾਤ ਨੂੰ ਜਿਹੜਾ ਫੋਨ ਆਇਆ ਸਾਨੂੰ, ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਪਤਾ ਕਰਨ ਵਾਸਤੇ, ਤੇ ਪਤਾ ਚੱਲਿਆ ਕਿ ਮੇਰੇ 3 ਕਜ਼ਨਸ, ਮੇਰੇ ਡੈਡੀ ਦੇ ਤਾਇਆ ਜੀ ਦੇ ਪੋਤਰੇ, ਉਹਨਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀਗਾ ਕਾਨਪੁਰ ਵਿੱਚ, ਉਹਨਾਂ ਦੀ ਮਾਂ ਦੇ ਸਾਹਮਣੇ। ਇੱਕ ਦੀ
ਘਰਵਾਲੀ ਦੇ ਸਾਹਮਣੇ ਔਰ 2 ਸਾਲ ਦੀ ਬੱਚੀ ਦੇ ਸਾਹਮਣੇ। ਤੇ ਸਾਡੇ ਦਿਨ ਬਹੁਤ ਬੁਰੇ ਨਿਕਲੇ। ਸਾਨੂੰ ਮਤਲਬ ਪਤਾ ਨਹੀਂ ਸੀਗਾ ਕੀ ਹੋਗਾ, ਕਿੱਥੇ ਜਾਵਾਂਗੇ। ਸਭ ਤੋਂ ਮਾੜੀ ਗੱਲ ਜੋ ਮੈਨੂੰ ਯਾਦ ਹੈ ਹਲੇ ਤੱਕ, ਜਿਹੜੀ ਚੁੱਭਦੀ ਹੈ, ਕਿ ਜਿਹੜੇ ਫਸਾਦੀ ਸੀਗੇ ਉਹ ਸਾਡੇ ਘਰੋਂ ਦੇ ਸਾਹਮਣੇ ਰੋਜ਼ ਨਿਕਲਦੇ ਸੀਗੇ। ਕੌਣ ਸੀਗੇ ਉਹ? ਉਹ ਬਸਤੀ ਵਿੱਚ ਰਹਿੰਦੇ ਸੀਗੇ, ਦੂਰ ਕਿਤੇ। ਇਹ ਕਿ ਮੈਂ ਪਛਾਣਦੀ ਸੀ ਉਹਨਾਂ ਨੂੰ ਜਦ, ਪਰ ਅਸੀਂ ਕੁਝ ਨਹੀਂ ਕਰ ਸਕਦੇ ਸੀ। ਅਸੀਂ ਪੁਲਿਸ ਕੇਸ ਵੀ ਕੀਤਾ, ਕਿੱਥੇ ਕੁਝ ਨਹੀਂ ਹੋਇਆ। ਫਿਰ ਅਸੀਂ ਉਸ ਕਲੋਨੀ ਨੂੰ ਛੱਡ ਕੇ ਚਲੇ ਗਏ। ਫਿਰ ਅਸੀਂ ਉਸ ਇਲਾਕੇ ਵਿੱਚ ਗਏ ਜਿੱਥੇ ਗੁਰਦੁਆਰਾ ਸਾਹਿਬ ਸੀਗਾ, ਸਿੱਖ ਜ਼ਿਆਦਾ ਵਸਦੇ ਸੀਗੇ, ਉੱਥੇ ਰਹੇ। ਫਿਰ ਮੈਂ ਇੰਜੀਨੀਅਰਿੰਗ ਪੂਰੀ ਕਰਕੇ ਫਿਰ ਮੈਂ ਮੇਰੇ ਪਿਤਾ ਜੀ ਨੇ ਤਾਂ ਮੇਰੇ ਮਨ ਵਿੱਚ ਬੀਜਿਆ ਕਿ ਇਹ ਮੁਲਕ ਸਾਡਾ ਨਹੀਂ ਹੈ। ਅਸੀਂ ਪੰਜਾਬ ਵਿੱਚ ਵੀ ਸੈਟਲ ਹੋਣ ਦੀ ਬਹੁਤ ਕੋਸ਼ਿਸ਼ ਕੀਤੀ ਉਸ ਵੇਲੇ। ਫਿਰ ਕੀ ਸਮੱਸਿਆ ਆਈ ਮਤਲਬ? ਉਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਸੀ। ਫਿਰ ਅਸੀਂ ਵਾਪਸ ਉੱਥੇ ਹੀ ਆ ਕੇ ਉਹਨਾਂ ਨੂੰ ਵਸਣਾ ਪਿਆ। ਤੇ ਫਿਰ ਉਹਨਾਂ ਨੇ ਕਿਹਾ ਤੁਸੀਂ ਲੋਕ ਨਿਕਲ ਜਾਓ ਕਿਸ ਤਰ੍ਹਾਂ। ਤੁਸੀਂ ਆਪਣੀ ਪੜ੍ਹਾਈ ਦੇ ਬੇਸ ਤੇ ਗਏ? ਹਾਂਜੀ ਜੀ, ਸਟੂਡੈਂਟ ਵੀਜ਼ਾ ਲੈ ਕੇ। ਸੋ ਉਸ ਤੋਂ ਬਾਅਦ ਫਿਰ ਹੁਣ ਆਪਾਂ ਦੂਸਰੀ ਪੰਜਾਬੀਅਤ ਦੀ ਗੱਲ ਕਰ ਲਈਏ। ਤੁਸੀਂ ਇੰਨੀਆਂ ਕਿਤਾਬਾਂ ਲਿਖੀਆਂ ਨੇ, ਇਹ ਕਿਵੇਂ ਤੁਹਾਡੀ ਜਰਨੀ ਸ਼ੁਰੂ ਹੋਈ? ਪੰਜਾਬੀ ਤੁਸੀਂ ਘਰ 'ਚ ਪਹਿਲਾਂ ਤੋਂ ਪੰਜਾਬੀ ਬੋਲਦੇ ਸੀਗੇ, ਲਿਖਣੀ ਆਉਂਦੀ ਸੀ ਤੁਹਾਨੂੰ, ਪੜ੍ਹਨੀ ਆਉਂਦੀ ਸੀ? ਨਹੀਂ ਜੀ, 84 ਦੇ ਬਾਅਦ ਮੈਂ ਜਿਹੜੇ ਗੁਰਦੁਆਰੇ ਸਾਹਿਬ ਦੇ ਆਲੇ ਦੁਆਲੇ ਉਹ ਸਿੱਖ ਵਸੋਂ ਸੀਗੀ, ਗੁਰਦੁਆਰਾ ਗੁਰੂ ਅਰਜਨ ਦੇਵ ਜੀ ਦੇ ਨਾਂ ਤੇ ਹੈ। ਉੱਥੇ ਇੱਕ ਰਾਗੀ ਸਿੰਘ ਸੀਗੇ, ਭਾਈ ਹਰਦੇਵ ਸਿੰਘ ਖਾਲਸਾ, ਜੋ ਹੁਣ ਪੂਰੇ ਹੋ ਚੁੱਕੇ ਨੇ। ਤੇ ਉਹ ਜਦ ਮੈਂ ਗੁਰਦੁਆਰੇ ਸਾਹਿਬ ਗਈ ਮੱਥਾ ਟੇਕਣ, ਤੇ ਉਹ ਕੀਰਤਨ ਕਰਦੇ ਸੀਗੇ। ਤੇ ਮੈਨੂੰ ਪਤਾ ਨਹੀਂ, ਇੱਕ ਮੂਮੈਂਟ ਹੁੰਦਾ ਤੁਹਾਡੀ ਜ਼ਿੰਦਗੀ ਵਿੱਚ ਜਦ ਤੁਹਾਨੂੰ ਆਪਣੀ ਹੋਂਦ ਦਾ ਜਾਂ ਕੁਝ ਕਨੈਕਸ਼ਨ ਜੁੜਦਾ ਹੈ। ਉਹ ਪਹਿਲੀ ਵਾਰੀ ਮੇਰਾ ਕਨੈਕਸ਼ਨ ਜੁੜਿਆ ਗੁਰੂ ਘਰ ਦੇ ਨਾਲ, ਸਿੱਖੀ ਦੇ ਨਾਲ, ਪੰਜਾਬੀਅਤ ਦੇ ਨਾਲ, ਸਾਰਾ ਕੁਝ ਆਪਣੀ ਹੋਂਦ ਦੇ ਨਾਲ। ਮੈਂ ਹੁਣੇ ਇੰਦੌਰ ਹੋ ਕੇ ਆਈ ਹਾਂ ਤੇ ਮੈਨੂੰ ਨਾ ਇੰਨੀ ਤਕਲੀਫ ਹੁੰਦੀ ਹੈ ਕਿ ਮੇਰਾ ਸਾਰਾ ਪਰਿਵਾਰ ਜਿਹੜਾ ਹੈ, ਬਾਕੀ ਮੇਰੇ ਆਪਣਾ ਕਜ਼ਨਸ ਵਗੈਰਾ ਨੇ, ਉਹ ਸਾਰੇ ਪੰਜਾਬੀਅਤ ਔਰ ਸਿੱਖੀ ਤੋਂ ਇੰਨੇ ਬੇਮੁਖ ਹੋ ਚੁੱਕੇ ਨੇ ਕਿ ਜਿਹੜੇ ਅਸੀਂ ਸੀਗੇ ਉਸ ਤੋਂ ਵੀ ਇੱਕ ਪੀੜ੍ਹੀ ਹੋਰ ਜ਼ਿਆਦਾ। ਕੋਈ ਧਿਆਨ ਨਹੀਂ ਸੀਗਾ। ਜਦੋਂ ਤੁਸੀਂ ਮਤਲਬ ਸ਼ਿਫਟ ਕੀਤਾ, ਫਿਰ ਤੁਹਾਡਾ ਗੁਰੂ ਘਰ ਦੇ ਨਾਲ ਲਗਾਵ ਹੋਇਆ। ਤੁਸੀਂ ਅਮਰੀਕਾ ਗਏ ਹੋ, ਉਦੋਂ ਤੋਂ ਤੁਸੀਂ ਮਤਲਬ ਜੁੜ ਚੁੱਕੇ ਸੀ ਇੱਧਰ? ਥੋੜਾ ਬਹੁਤ। ਭਾਈ ਸਾਹਿਬ ਨੇ ਮੈਨੂੰ ਗੁਟਕਾ ਦਿੱਤਾ ਪਹਿਲਾਂ। ਅੱਛਾ। ਤੇ ਉਹਨਾਂ ਨੇ ਕਿਹਾ, ਮੈਂ ਕਿਹਾ ਮੈਨੂੰ ਗੁਰਮੁਖੀ ਤੇ ਪੜ੍ਹਨੀ ਆਉਂਦੀ ਨਹੀਂ। ਤੇ ਉਹਨਾਂ ਨੇ ਕਿਹਾ ਇੱਥੇ ਪਾਠ ਹੁੰਦਾ ਨਾ, ਤੂੰ ਆਇਆ ਕਰ ਤੇ ਨਾਲ ਨਾਲ ਪੜ੍ਹਨ ਦੀ ਕੋਸ਼ਿਸ਼ ਕਰਦਿਆ ਕਰ, ਕੀਤਾ ਕਰ ਤੇ ਤੈਨੂੰ ਆ ਜਾਏਗਾ। ਮੈਂ ਚੁਪਈ ਸਾਹਿਬ ਤੋਂ ਪੜ੍ਹਨੀ ਸ਼ੁਰੂ ਕੀਤੀ, ਸ਼ਾਮ ਨੂੰ ਚੁਪਈ ਸਾਹਿਬ ਕਰਦੇ ਹੁੰਦੇ ਸੀਗੇ ਰਹਿਰਾਸ ਸਾਹਿਬ ਦੇ ਬਾਅਦ। ਫਿਰ ਜਦ ਮੇਰਾ ਬੇਟਾ ਹੋਇਆ ਅਮਰੀਕਾ ਜਾ ਕੇ, ਮੇਰਾ ਪੁੱਤਰ ਹੋਇਆ, ਉਹਦੇ ਵੱਲ ਵੇਖ ਕੇ ਮੈਨੂੰ ਲੱਗਿਆ ਕਿ ਇਹਦੀ ਹੋਂਦ ਕੀ ਹੈ। ਇਹ ਇੱਕ ਸਿੱਖ ਹੈ, ਇੱਕ ਪੰਜਾਬੀ ਹੈ। ਉਹ ਆਪਣੇ ਆਪ ਨੂੰ ਪੰਜਾਬੀ ਕਿੱਦਾਂ ਖਵਾਊਗਾ, ਉਹ ਆਪਣੇ ਆਪ ਨੂੰ ਸਿੱਖ ਕਿੱਦਾਂ ਖਵਾਊਗਾ ਜੇ ਉਹਨੂੰ ਸਿੱਖੀ ਦੀ ਕੋਈ ਗੁੜਤੀ ਨਾ ਮਿਲੇ, ਜਿੱਦਾਂ ਮੈਨੂੰ ਨਹੀਂ ਮਿਲੀ ਸੀ। ਤੇ ਫਿਰ ਮੈਂ ਆਪਣੇ ਆਪ ਨੂੰ ਜੋੜਨਾ ਸ਼ੁਰੂ ਕੀਤਾ। ਸਾਰਾ ਪਰਿਵਾਰ ਵੀ ਮਤਲਬ ਇਦਾਂ ਹੀ, ਉਹ ਵੀ ਜ਼ਿਆਦਾ ਨਹੀਂ ਜੁੜੇ ਹੋਏ ਸੀ ਸਿੱਖੀ ਨਾਲ? ਬਿਲਕੁਲ ਨਹੀਂ, ਬਿਲਕੁਲ ਨਹੀਂ। ਠੀਕ ਹੈ, ਹੋਰ ਵੀ ਨਹੀਂ। ਸੋ ਕਿੱਦਾਂ ਫਿਰ ਮਤਲਬ ਪਹਿਲੀ ਕਿਤਾਬ ਤੁਹਾਡੀ ਕਦੋਂ ਆਈ ਹੈ ਤੇ ਕਿਹੜੀ ਕਿਤਾਬ ਤੁਸੀਂ ਲਿਖੀ? ਪਹਿਲੀ ਕਿਤਾਬ ਤੇ ਬਹੁਤ ਚਿਰਾਂ ਬਾਅਦ, ਜਦ ਧੀ ਦਾ ਜਨਮ ਹੋਇਆ ਸਾਡੇ 11 ਸਾਲ ਪਹਿਲਾਂ, ਤੇ ਮੈਨੂੰ ਉਹਨੂੰ ਦੇਖ ਕੇ ਲੱਗਿਆ ਕਿ ਜਦ ਮੈਂ ਆਪਣੇ ਬੇਟੇ ਨੂੰ ਜੋੜਦੀ ਸੀਗੀ ਪੰਜਾਬੀ ਕਿਤਾਬਾਂ ਦੇ ਨਾਲ, ਤੇ ਮੈਂ ਪੰਜਾਬ ਸਕੂਲ ਬੋਰਡ ਦੀਆਂ ਸਾਰੀਆਂ ਕਿਤਾਬਾਂ ਲਿਆਈ ਸੀਗੀ। ਅੱਛਾ। ਤੇ ਮੈਂ ਉਹਨੂੰ ਪੜ੍ਹ ਕੇ ਸੁਣਾਉਂਦੀ ਸੀਗੀ ਤੇ ਉਹਨੂੰ ਨਾਲ ਨਾਲ ਕੋਰਸ ਕਰਾਉਂਦੀ ਸੀਗੀ। ਪਰ ਮੈਂ ਦੇਖਿਆ ਸੀਗਾ ਕਿ ਉਹ ਆਪੇ ਨਹੀਂ ਲੈ ਕੇ ਪੜ੍ਹਦਾ ਉਹ ਕਿਤਾਬਾਂ, ਕਿਉਂਕਿ ਉਹ ਟੈਕਸਟ ਬੁੱਕਸ ਸੀਗੀਆਂ। ਔਰ ਪੰਜਾਬ ਦੀਆਂ ਜਿਹੜੀਆਂ ਕਹਾਣੀਆਂ ਦੀਆਂ ਕਿਤਾਬਾਂ ਮੈਂ ਲੈ ਕੇ ਗਈ ਸੀ ਉਹਦੇ ਵਾਸਤੇ, ਉਹ ਉਹਨੂੰ ਉਸ ਸ਼ਿੱਦਤ ਨਾਲ ਨਹੀਂ ਖਿੱਚਦੀਆਂ ਸੀਗੀਆਂ ਜਿਹੜੀਆਂ ਕਿ ਉੱਥੇ ਦੀਆਂ ਪਿਆਰੀਆਂ ਪਿਆਰੀਆਂ ਕਿਤਾਬਾਂ ਖਿੱਚਦੀਆਂ ਸੀਗੀਆਂ। ਤੇ ਮੈਨੂੰ ਆਪਣੀ ਧੀ ਦੇ ਜਨਮ ਤੇ ਮੈਨੂੰ ਏਦਾਂ ਲੱਗਿਆ ਕਿ ਮੈਨੂੰ ਉਸਦੇ ਹੱਥ ਵਿੱਚ, ਉਹਦੇ ਹੱਥ ਵਿੱਚ ਇਸ ਤਰ੍ਹਾਂ ਦੀਆਂ ਕਿਤਾਬਾਂ ਦੇਣੀਆਂ ਚਾਹੁੰਦੀਆਂ ਜਿਸ ਤਰ੍ਹਾਂ ਕਿ ਇੱਥੋਂ ਦੀਆਂ ਕਿਤਾਬਾਂ ਹੁੰਦੀਆਂ ਨੇ। ਮਤਲਬ ਉਹ ਬੱਚੇ ਕਹਿਣ ਕਿ ਅਸੀਂ ਖੁਦ ਲੈ ਕੇ ਪੜ੍ਹਨੀਆਂ ਨੇ, ਇੰਟਰਸਟ ਨਾਲ ਪੜ੍ਹਨੇ ਨੇ, ਕਲਰਫੁਲ ਹੋਣ। ਹਾਂਜੀ, ਕਲਰਫੁਲ। ਤੇ ਜਿਹੜੀ ਉਹਦੀ ਬੋਲੀ ਵੀ ਹੈ ਕਿ ਉਹ ਬੱਚਿਆਂ ਦੇ ਹਾਣ ਦੀਆਂ ਹੋਣ, ਕਿ ਬੱਚੇ ਨੂੰ ਉਹਨੂੰ ਪੜ੍ਹ ਕੇ, ਉਹਨੂੰ ਵੇਖ ਕੇ, ਉਹਨੂੰ ਛੋਹ ਕੇ ਮਾਣ ਹੋਵੇ ਕਿ ਇਹ ਮੇਰੀ ਬੋਲੀ ਦੀਆਂ ਕਿਤਾਬਾਂ ਨੇ ਜੀ, ਤੇ ਉਹਨੂੰ ਪੜ੍ਹ ਕੇ ਉਹਨੂੰ ਰਸ ਆਵੇ ਬੋਲੀ ਦਾ ਜੀ। ਸੋ ਮੈਂ ਇਸ ਕਰਕੇ ਇਹ ਕਿਤਾਬਾਂ ਦੀ ਸ਼ੁਰੂਆਤ ਹੋਈ। ਤੇ ਸਭ ਤੋਂ ਪਹਿਲੀ ਕਿਤਾਬ ਕਿਹੜੀ ਹੈ? ਪਹਿਲੀ ਕਿਤਾਬ ਹੈ ਚਿੜੀ ਤੇ ਪਿੱਪਲ। ਤੇ ਇਹ ਮੇਰੀ ਨਾਨੀ ਬਾਤ ਪਾਉਂਦੀ ਹੁੰਦੀ ਸੀਗੀ, ਔਰ ਪੰਜਾਬ ਸਕੂਲ ਬੋਰਡ ਦੇ ਵਿੱਚ ਵੀ ਹੈ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਉਹ ਇੰਨੀ ਟੁਣਕਦੀ ਹੈ ਕਿ ਮੈਂ ਆਪਣੇ ਬੇਟੇ ਨੂੰ ਸੁਣਾਉਂਦੀ ਹੁੰਦੀ ਸੀਗੀ ਤੇ ਉਹ ਮੂੰਹ ਅੱਡ ਕੇ ਰੋਟੀ ਖਾ ਲੈਂਦਾ ਹੁੰਦਾ ਸੀਗਾ। ਉਹਨੂੰ ਆਦਤ ਪੈ ਗਈ, ਜਦ ਤੱਕ ਇਹ ਬਾਤ ਨਾ ਪਾਓ ਤੇ ਉਹ ਖਾਂਦਾ ਨਹੀਂ ਸੀਗਾ। ਅੱਛਾ, ਇਹਦੇ ਚ ਮਤਲਬ ਸਾਰੀਆਂ ਇਦਾਂ ਦੀਆਂ ਕਵਿਤਾਵਾਂ ਨੇ? ਹਾਂਜੀ, ਠੀਕ ਹੈ। ਸੋ ਇਹਦੇ ਵਿੱਚ ਉਹੀ ਹੈ, ਸਿਰਫ ਚਿੜੀ ਵਿਚਾਰੀ ਕੀ ਕਰੇ। ਅੱਛਾ, ਸਾਰੀ ਇੱਕੋ ਹੀ ਕਵਿਤਾ ਹੈ? ਇੱਕ ਇਹ ਬੋਰਡ ਬੁੱਕਸ ਇਹਨਾਂ ਨੂੰ ਕਹਿੰਦੇ ਆ। ਅੱਛਾ। ਸੋ ਇਹ ਬੋਰਡ ਬੁੱਕਸ ਹੈ ਕਿ ਇਹ ਬੱਚੇ ਖਿਡੌਣੇ ਹਾਰ ਖੇਡਦੇ ਆ, ਖਰਾਬ ਨਹੀਂ ਹੁੰਦੀਆਂ। ਤੇ ਇਹ ਸੋਏ ਬੇਸਡ ਇੰਕ ਹੈ ਤੇ ਪੇਪਰ ਵੀ ਰੀਫੋਰੈਸਟਡ ਪੇਪਰ ਹੈ। ਬਿਲਕੁਲ ਨਾਲ ਮਤਲਬ ਇੱਕ ਤਸਵੀਰ ਹੁੰਦੀ ਹੈ ਤੇ ਫਿਰ ਇਧਰ ਹਾਂਜੀ, ਔਰ ਮਤਲਬ
ਕਿਉਂਕਿ ਇਹ ਨਾ ਸਾਡਾ ਫਲਸਫਾ ਹੈ ਪੰਜਾਬੀਆਂ ਦਾ ਕਿ ਬੱਚਾ ਪੜ੍ਹਨਾ ਸਿੱਖ ਜਾਏ ਤੇ ਉਹਦੇ ਹੱਥ ਵਿੱਚ ਕਿਤਾਬ ਦਈਏ। ਜੀ। ਉੱਥੇ ਵੈਸਟ ਵਿੱਚ ਫਲਸਫਾ ਹੈ ਕਿ ਬੱਚਾ ਜੰਮਦੇ ਸਾਰੇ ਕਿਤਾਬਾਂ ਦੇ ਨਾਲ ਸਾਂਝ ਪਾਉਂਦਾ। ਬਿਲਕੁਲ, ਖੇਡਣਾ ਸੋ ਇਹ ਕਿਤਾਬਾਂ ਜਿਹੜੀਆਂ ਤੁਸੀਂ ਪਾਣੀ ਵਿੱਚ ਭਿਓ ਦਿਓ ਤਾਂ ਵੀ ਪੂੰਝ ਦਿਓ, ਖਰਾਬ ਨਹੀਂ ਹੁੰਦੀਆਂ। ਬਿਲਕੁਲ, ਬਹੁਤ ਵਧੀਆ ਤੁਹਾਡੀ ਕੋਸ਼ਿਸ਼ ਹੈ। ਸੋ ਭੈਣ ਜੀ, ਜਦੋਂ ਇਹ ਕਿਤਾਬ ਲਿਖੀ ਤੁਸੀਂ, ਕਿਉਂਕਿ ਸਾਰੀ ਜਦੋਂ ਮੈਂ ਵੀ ਦੇਖੀਆਂ ਨੇ ਇਹ ਪੰਜਾਬੀ ਸਾਰੀ ਮਤਲਬ ਪੂਰੀ ਸ਼ੁੱਧ ਹੈ, ਕੌਮੇ ਬਿੰਦੀ ਜਿੱਦਾਂ ਲੱਲੇ ਪੈਰ ਬਿੰਦੀ ਕਿੱਥੇ ਪਾਉਣੇ, ਪੂਰੀ ਸ਼ੁੱਧਤਾ ਦੇ ਨਾਲ ਤੁਸੀਂ ਲਿਖਿਆ। ਤੁਸੀਂ ਸਾਰੀ ਆਪ ਕੀਤੀ ਹੈ, ਦੀ ਡਰਾਫਟਿੰਗ ਵਗੈਰਾ ਸਭ ਕੁਝ ਤੁਸੀਂ ਖੁਦ ਕੀਤਾ। ਕਿੱਦਾਂ ਤੁਸੀਂ ਫਿਰ ਮਤਲਬ ਪ੍ਰੈਕਟਿਸ ਕਿੱਦਾਂ ਕੀਤੀ ਪੰਜਾਬੀ ਦੀ, ਲਿਖਣਾ ਪੜ੍ਹਨਾ? ਉਹ ਥੋੜੀ ਜਦ ਮੈਂ ਇਹ ਵਾਲੀ ਕਿਤਾਬ ਲਿਖੀ ਤਾਂ ਤੱਕ ਮੈਨੂੰ ਪੰਜਾਬੀ ਲਿਖਣੀ ਬਿਲਕੁਲ ਹੀ ਨਹੀਂ ਚੰਗੀ ਆਉਂਦੀ ਸੀਗੀ। ਅੱਛਾ। ਫਿਰ ਮੇਰੇ ਇੱਕ ਨਹੀਂ, ਸਾਡੀ ਬਹੁਤ ਵੱਡੀ ਟੀਮ ਹੈ। ਮੈਨੂੰ ਇੱਕ ਐਡੀਟਰ ਮਿਲੇ, ਆਪਣਾ ਪੰਜਾਬੀ ਨੂੰ ਬਹੁਤ ਪਿਆਰ ਕਰਨ ਵਾਲੇ, ਇੱਥੋਂ ਪੜ੍ਹ ਕੇ ਗਏ ਨੇ, ਅੰਮ੍ਰਿਤਸਰ ਦੇ ਨੇ, ਨਿਰਵੈਰ ਸਿੰਘ ਉਹਨਾਂ ਦਾ ਨਾਮ ਹੈ, ਬੇ ਏਰੀਆ ਕੈਲੀਫੋਰਨੀਆ ਵਿੱਚ ਰਹਿੰਦੇ। ਉਹਨਾਂ ਨੇ ਪਤਾ ਨਹੀਂ ਰੱਬ ਸਬੱਬੀ ਸਾਰਾ ਹੁੰਦਾ ਰਿਹਾ, ਉਹਨਾਂ ਨੇ ਮੈਨੂੰ ਆਪ ਲੱਭਿਆ। ਮੈਂ ਇੱਕ ਕਵਿਤਾ ਲਿਖੀ ਸੀ 84 ਦੇ ਉੱਪਰ, ਅੰਗਰੇਜ਼ੀ ਵਿੱਚ, ਤੇ ਉਹਨਾਂ ਨੇ ਆਫਰ ਕੀਤਾ ਕਿ ਇਹ ਕਵਿਤਾ ਨੂੰ ਦਾ ਤਰਜਮਾ ਹੋਣਾ ਚਾਹੀਦਾ। ਉਹਨਾਂ ਨੇ ਪੰਜਾਬੀ ਤਰਜਮਾ ਕੀਤਾ ਤੇ ਉਹਨਾਂ ਨੇ ਕਿਸੇ ਅਖਬਾਰ ਵਿੱਚ ਕਿੱਥੇ ਪੜ੍ਹੀ ਹੋਣੀ ਹੈ ਉਹ ਕਵਿਤਾ, ਉਧਰ ਹੀ ਅਮਰੀਕਾ ਵਿੱਚ ਉਹਨਾਂ ਨੇ ਰਾਬਤਾ ਕੀਤਾ ਤੇ ਉਹਨਾਂ ਨੇ ਕਿਹਾ ਭੈਣ ਜੀ ਤੁਸੀਂ ਪੰਜਾਬੀ ਵਿੱਚ ਲਿਖਣ ਦੀ ਕੋਸ਼ਿਸ਼ ਕਰੋ। ਮੈਂ ਕਿਹਾ ਮੈਨੂੰ ਪੰਜਾਬੀ ਚੰਗੀ ਤਰ੍ਹਾਂ ਲਿਖਣੀ ਨਹੀਂ ਆਉਂਦੀ, ਬੋਲਦੀ ਪੜ੍ਹਦੀ ਆ ਪਰ ਲਿਖਣੀ ਨਹੀਂ ਆਉਂਦੀ। ਉਹਨਾਂ ਨੇ ਕਿਹਾ ਨਹੀਂ, ਤੁਹਾਡੇ ਅੰਦਰ ਜਜ਼ਬਾ ਹੈ, ਕਵਿਤਾ ਵਾਸਤੇ ਜਾਂ ਲਿਖਣ ਵਾਸਤੇ ਜਜ਼ਬਾ ਚਾਹੀਦਾ ਹੈ, ਤੁਸੀਂ ਲੈਂਗੁਏਜ ਦੀ ਚਿੰਤਾ ਨਾ ਕਰੋ, ਤੁਸੀਂ ਆਪੇ ਸਿੱਖ ਜਾਓਗੇ। ਫਿਰ ਉਹਨਾਂ ਨੇ ਮੇਰੀ ਐਡਿਟ ਕਰਨਾ ਸ਼ੁਰੂ ਕਰ ਦਿੱਤੀਆਂ। ਮੈਂ ਆਪੇ ਫਿਰ ਪਹਿਲੀ ਵਾਰੀ ਟਾਈਪ ਕਰਨੀ ਪੰਜਾਬੀ ਸਿੱਖੀ। ਅੱਛਾ। ਤੇ ਕੀਬੋਰਡ ਤੇ ਫਿਰ ਉਹਨਾਂ ਨੇ ਉਹ ਮੇਰੀ ਐਡਿਟ ਕਰਦੇ ਸੀਗੇ ਸਾਰਾ ਕੁਝ। ਉਸ ਤੋਂ ਬਾਅਦ ਵੀ ਹੋਰ ਐਡੀਟਰਸ ਜੁੜੇ ਸਾਡੇ ਨਾਲ। ਪੰਜਾਬੀ ਦੇ ਬਹੁਤ ਵੱਡੇ ਕਵੀ ਨੇ, ਅਮਰਜੀਤ ਚੰਦਨ, ਉਹਨਾਂ ਦੇ ਦੇਖੇ ਬਗੈਰ ਮੇਰੀ ਕੋਈ ਕਿਤਾਬ ਬਾਹਰ ਨਹੀਂ ਆਉਂਦੀ। ਸੋ ਇੱਥੇ ਲਿਖਿਆ ਹੋਇਆ ਪੰਜਾਬੀ ਵਰਤਦੇ ਨੇ। ਉਹ ਪ੍ਰਿੰਸੀਪਲ ਤੇਜਾ ਸਿੰਘ ਹੋਰਾਂ ਤੋਂ ਸਿੱਖੇ ਹੋਏ ਨੇ। ਜੀ ਜੀ। ਸੋ ਬਹੁਤ ਮਤਲਬ ਸੋਹਣੀ ਟੀਮ ਤੁਹਾਨੂੰ ਮਿਲੀ ਹੋਈ ਹੈ, ਸੋਹਣੇ ਗੁਰੂ ਮਿਲੇ ਹੋਏ ਨੇ। ਇਲਸਟ੍ਰੇਟਰਸ ਬਿਲਕੁਲ ਵੱਖਰੇ ਨੇ, ਰਾਈਟਰਸ, ਪ੍ਰੂਫਰਸ, ਬਹੁਤ ਵੱਡੀ ਟੀਮ ਹੈ। ਸੋ ਇੱਥੇ ਲਿਖਿਆ ਹੋਇਆ ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ। ਸੋ ਇਹ ਨਾਮ ਕਿੱਥੋਂ ਆਇਆ ਤੇ ਇਹਦਾ ਕੀ ਮਤਲਬ ਤੁਸੀਂ? ਅੱਛਾ, ਸੋ ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ, ਕਿਉਂਕਿ ਪਹਿਲਾਂ ਮੈਂ ਬਹੁਤ ਸੋਚਿਆ ਕਿ ਬੱਚਿਆਂ ਵਾਸਤੇ ਕਿਤਾਬਾਂ ਲਿਖਣੀਆਂ ਤੇ ਕਿਹੜੀਆਂ ਕਿਤਾਬਾਂ ਲਿਖਾਂ, ਉਹਨਾਂ ਦਾ ਵਿਸ਼ਾ ਕੀ ਹੋਵੇ। ਤੇ ਮੈਂ ਬਹੁਤ ਸੋਚ ਸਮਝ ਕੇ ਫੋਕ ਟੇਲਸ, ਜਿਹੜੀਆਂ ਕਿ ਬਾਤਾਂ ਜਿਨ੍ਹਾਂ ਨੂੰ ਕਹਿੰਦੇ, ਜਿਹੜੀਆਂ ਦਾਦੀਆਂ ਨਾਨੀਆਂ ਪਾਉਂਦੀਆਂ ਹੁੰਦੀਆਂ ਸੀਗੀਆਂ ਕੁੱਛੜ 'ਚ ਬਿਠਾ ਕੇ, ਜਿੱਦਾਂ ਲਿਵ ਕੌਰ ਕੈਰੀ ਸੀ, ਮਾਂ ਲੋਰੀ ਸੁਣਾਉਂਦੀ ਹੁੰਦੀ ਸੀ ਕੁੱਛੜ 'ਚ ਬਹਿ ਕੇ, ਉਹਨੂੰ ਉਹ ਧੁਨ ਹਲੇ ਵੀ ਯਾਦ ਹੈ। ਤੇ ਜਿਹੜੀਆਂ ਬਾਤਾਂ ਹੁੰਦੀਆਂ ਸੀਗੀਆਂ ਉਹ ਬੱਚਿਆਂ ਦੇ ਜ਼ਿਹਨ ਵਿੱਚ ਵਸ ਜਾਂਦੀਆਂ ਸੀਗੀਆਂ। ਉਹਨਾਂ ਦੇ ਰਾਹੀਂ ਬੱਚੇ ਪਹਿਲੀਆਂ ਕਦਰਾਂ ਕੀਮਤਾਂ ਦੇ ਨਾਲ ਜੁੜਦੇ ਸੀਗੇ ਤੇ ਬੱਚੇ ਦੇ ਦਿਮਾਗ ਵਿੱਚ ਜਿਹੜੀ ਉਹ ਕਦਰਾਂ ਕੀਮਤਾਂ ਨਾ ਉਹ ਪੱਕੀਆਂ ਹੋ ਜਾਂਦੀਆਂ ਨੇ। ਤੇ ਨਾਲੇ ਬੋਲੀ ਵੀ ਠੇਠ ਹੈ ਲੋਕ ਕਹਾਣੀਆਂ ਵਿੱਚ। ਕਈ ਲੋਕੀ ਸਵਾਲ ਕਰਦੇ ਆ ਕਿ ਤੁਸੀਂ ਅੱਜ ਦੇ ਵਿਸ਼ਿਆਂ ਤੇ ਕਿਉਂ ਨਹੀਂ ਲਿਖਦੇ, ਕਿ ਬੱਚਿਆਂ ਦੇ। ਹੁਣੇ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੋਗਰਾਮ ਕਰਨ ਗਏ ਸੀਗੇ ਤੇ ਉੱਥੇ ਦੇ ਵੀਸੀ ਉਹਨਾਂ ਨੇ ਪੁੱਛਿਆ ਉਹਨਾਂ ਨੇ ਕਿਤਾਬਾਂ ਦੇਖੀਆਂ, ਉਹਨਾਂ ਨੇ ਕਿਹਾ ਕਿਤਾਬਾਂ ਤੇ ਬਾ ਕਮਾਲ ਨੇ, ਪਰ ਇਹਨਾਂ ਦਾ ਵਿਸ਼ਾ ਅੱਜ ਦੇ ਬੱਚੇ ਕਿਸ ਤਰ੍ਹਾਂ ਰਿਲੇਟ ਕਰਨਗੇ? ਉਹਨਾਂ ਦੇ ਹੱਥਾਂ ਵਿੱਚ ਮੋਬਾਈਲ ਹੋਵੇ, ਕੰਪਿਊਟਰ ਹੋਵੇ, ਉਹ ਗੱਡੀ ਚਲਾਉਂਦੇ ਹੋਣ, ਕਾਰ 'ਚ ਬੈਠੇ ਹੋਣ। ਇਹ ਕੀ ਹੈ? ਚਿੜੀ ਤੇ ਪਿੱਪਲ ਤੇ ਲੇਲਾ ਤੇ ਢੋਲ ਤੇ ਜੱਟ ਤੇ ਘੁੱਗੀ, ਇਹ ਤੇ ਸਾਰਾ ਪੁਰਾਣਾ ਹੋ ਗਿਆ। ਤੇ ਮੈਂ ਉਹਨਾਂ ਨੂੰ ਕਿਹਾ ਕਿਉਂ ਅੱਜ ਦੇ ਬੱਚਿਆਂ ਨੂੰ ਚੰਦ ਤਾਰੇ ਰੁੱਖਾਂ ਦੇ ਨਾਲ ਕੋਈ ਉਹਨਾਂ ਦਾ ਵਾਬਸਤਾ ਨਹੀਂ ਹੋਣਾ ਚਾਹੀਦਾ, ਕਿ ਕੁਦਰਤ ਦੇ ਨਾਲ ਉਹਨਾਂ ਨੂੰ ਪਤਾ ਨਹੀਂ ਹੋਣਾ ਚਾਹੀਦਾ। ਸਾਡੀ ਬਾਤਾਂ ਤੇ ਇੰਨੀਆਂ ਸੋਹਣੀਆਂ ਨੇ ਕਿ ਕੁਦਰਤ ਆਪਸ ਵਿੱਚ ਗੱਲ ਕਰਦੀ ਹੈ, ਪਸ਼ੂ ਪੰਛੀ, ਜੀ ਜੰਤ, ਫੁੱਲ ਫਲ ਬੂਟੇ ਇਨਸਾਨਾਂ ਦੇ ਨਾਲ ਗੱਲ ਕਰਦੇ ਆ ਔਰ ਪਿਆਰ ਦੀ ਬਾਤਾਂ ਪਾਉਂਦੇ ਨੇ। ਬਿਲਕੁਲ। ਜਿਹੜੀਆਂ ਇਹ ਪੁਰਾਣੀਆਂ ਸਾਰੀਆਂ ਕਹਾਣੀਆਂ ਨੇ, ਮਤਲਬ ਸੁਣ ਕੇ ਪੜ੍ਹ ਕੇ ਮਤਲਬ ਵੱਖਰਾ ਹੀ ਸਰੂਰ ਜਾ ਆਉਂਦਾ ਹੈ। ਤੇ ਬਾਕੀ ਜਿਹੜੀ ਪੰਜਾਬੀ ਨੂੰ ਬੋਲ ਕੇ, ਸ਼ੁੱਧ ਪੰਜਾਬੀ ਬੋਲ ਕੇ, ਇੱਕ ਅਸੀਂ ਮੇਰੇ ਵਰਗੇ ਵੀ ਮਤਲਬ ਮਿਕਸ ਮਸਾਲਾ ਕਰ ਦਿੰਦੇ ਨੇ ਕਿ ਵਿੱਚ ਇੰਗਲਿਸ਼ ਦੇ ਸ਼ਬਦ ਅਸੀਂ ਵਾੜਦੇ ਰਹਿੰਦੇ ਆ, ਤੇ ਕਿਉਂਕਿ ਕਈ ਵਾਰੀ ਮੂੰਹ ਤੇ ਆਉਂਦਾ ਹੀ ਨਹੀਂ ਉਹ ਸ਼ਬਦ। ਪਰ ਜਿਹੜੇ ਠੇਠ ਪੰਜਾਬੀ ਬੋਲਣ ਦਾ ਜਿਹੜਾ ਇੱਕ ਆਨੰਦ ਹੈ ਉਹ ਵੱਖਰਾ ਹੀ ਹੁੰਦਾ ਹੈ। ਮੈਂ ਤੁਹਾਨੂੰ ਦੋ ਚਾਰ ਲਾਈਨਾਂ ਪੜ੍ਹ ਕੇ ਜ਼ਰੂਰ। ਸਵੇਰ ਦਾ ਵੇਲਾ ਸੀ, ਨਿੱਕਾ ਜਿਹਾ ਲੇਲਾ ਸੀ, ਉਹ ਜੰਗਲ ਵਿੱਚ ਜਾਂਦਾ ਸੀ, ਉੱਚੀ ਉੱਚੀ ਗਾਉਂਦਾ ਸੀ, ਨਾਨੀ ਮਾਂ ਕੋਲ ਜਾਊਂਗਾ, ਦੁੱਧ ਮਲਾਈਆਂ ਖਾਊਂਗਾ, ਮੋਟਾ ਹੋ ਕੇ ਆਊਂਗਾ। ਤੇ ਇਹ ਜਿਹੜੀਆਂ ਸਾਰੀਆਂ ਮਤਲਬ ਬਾਤਾਂ ਸੀਗੀਆਂ, ਇਹ ਤੁਹਾਨੂੰ ਵੀ ਉੱਥੇ ਸੁਣਨ ਨੂੰ ਮਿਲਦੀਆਂ ਸੀ ਦਾਦੀ ਮਾਂ ਕੋਲੋਂ, ਜਾਂ ਫਿਰ ਜਿਵੇਂ ਦਾ ਤੁਸੀਂ ਮਾਹੌਲ ਦੱਸਿਆ ਕਿ ਲੱਗਦਾ ਨਹੀਂ ਵੀ ਜਿੱਦਾਂ ਇਹ ਵਾਲੀ ਮੈਨੂੰ ਨਾਨੀ ਸੁਣਾਉਂਦੀ ਹੁੰਦੀ ਸੀ ਤੇ ਯਾਦ ਰਹਿ ਗਈ। ਓਕੇ। ਤੇ ਫਿਰ ਮੈਨੂੰ ਇਹਦਾ ਲੱਗਿਆ ਕਿ ਜਦ ਮੇਰੀ ਨਾਨੀ ਸੁਣਾਉਂਦੀ ਸੀ ਮੈਨੂੰ ਯਾਦ ਰਹਿ ਗਈ, ਮੈਂ ਸੁਣਾਉਂਦੀ ਸੀ ਮੇਰੇ ਪੁੱਤਰ ਨੂੰ ਯਾਦ ਰਹਿ ਗਈ, ਤੇ ਇਹ ਮੈਨੂੰ ਲੱਭਣੀਆਂ ਚਾਹੀਦੀਆਂ। ਬਿਲਕੁਲ। ਫਿਰ ਨਾ ਮੈਂ ਪੰਜਾਬ ਆ ਕੇ ਨਾ ਸੁਹਿੰਦਰ ਸਿੰਘ ਵੰਜਾਰਾ ਬੇਦੀ ਦਾ ਸਾਰਾ ਕਲੈਕਸ਼ਨ, ਸੁਖਦੇਵ ਮਾਤਪੁਰੀ ਦਾ ਸਾਰਾ ਕਲੈਕਸ਼ਨ ਖਰੀਦ ਕੇ
ਲੈ ਗਏ। ਲੋਕੀ ਸੂਟ ਲੈ ਕੇ ਜਾਂਦੇ ਆ ਪੰਜਾਬ ਤੋਂ, ਗਹਿਣੇ ਬਣਵਾ ਕੇ ਮੈਂ ਕਿਤਾਬਾਂ ਲੈ ਕੇ ਜਾਂਦੀ ਆ। ਹੁਣ ਮੇਰੇ 2 ਸੂਟਕੇਸਿਸ ਕਿਤਾਬਾਂ ਭਰ ਕੇ ਜਾ ਰਹੇ ਨੇ। ਕੀ ਬਾਤ ਹੈ। ਤੇ ਮੈਂ ਲੈ ਕੇ ਗਈ, ਫਿਰ ਮੈਂ ਉਹਦੇ ਵਿੱਚ ਪੜ੍ਹਦੀ ਗਈ। ਉਹਦੇ ਵਿੱਚ ਲਿਵ ਕੌਰ ਨੂੰ ਜਿਹੜੀਆਂ ਕਹਾਣੀਆਂ ਪਿਆਰੀਆਂ ਲੱਗਦੀਆਂ ਸੀਗੀਆਂ ਮੈਂ ਉਹ ਚੁਣਦੀ ਸੀ। ਫਿਰ ਉਹਨਾਂ ਨੂੰ ਮੈਂ ਰੀਟੈਲ ਕੀਤਾ, ਉਹਨਾਂ ਨੂੰ ਕਾਵਿਕ ਤੌਰ ਤੇ ਮੈਂ ਕਿੱਥੇ ਕਾਵਿਕ ਰੂਪ ਚ ਮਿਲ ਗਈਆਂ ਤੇ ਠੀਕ ਹੈ, ਨਹੀਂ ਤੇ ਮੈਂ ਲਿਖਿਆ ਉਹਨਾਂ ਨੂੰ ਕਾਵਿਕ ਰੂਪ ਚ ਜੀ। ਤੇ ਕਿ ਬੱਚੇ ਉਹਨਾਂ ਨੂੰ ਪੜ੍ਹਦੇ ਹੁਣ ਇਹ ਗੱਲ ਹੈਗੀ ਹੈ ਕਿ ਮੈਨੂੰ ਰੋਜ਼ ਕਈ ਖਤ ਆਉਂਦੇ ਨੇ ਕਿ ਤੁਹਾਡੇ ਬੱਚੇ ਨਾ, ਬੱਚਿਆਂ ਦੇ ਕੋਲ ਸੈਂਕੜੇ ਅੰਗਰੇਜ਼ੀ ਦੀਆਂ ਕਿਤਾਬਾਂ ਨੇ, ਪਰ ਉਹ ਤੁਹਾਡੀਆਂ ਕਿਤਾਬਾਂ ਲੈ ਕੇ ਆਉਂਦੇ ਔਰ ਕਹਿੰਦੇ ਕਿ ਇਹ ਪੜ੍ਹ ਕੇ ਸੁਣਾਓ ਰੋਜ਼। ਜ਼ਿਆਦਾਤਰ ਮਤਲਬ ਬਾਹਰ ਦੇ ਬੱਚੇ ਰਿਸਪੌਂਡ ਕਰਦੇ ਹੋਣਗੇ। ਇਹ ਡਾਇਸਪੋਰਾ ਵਾਸਤੇ ਪ੍ਰੋਜੈਕਟ ਸਟਾਰਟ ਕੀਤਾ ਸੀ, ਬਾਹਰ ਵਾਸਤੇ, ਕਿਉਂਕਿ ਸਾਡੇ ਬੱਚਿਆਂ ਕੋਲ ਸੋਹਣੀਆਂ ਕਿਤਾਬਾਂ ਨਹੀਂ ਨੇ। ਇੱਥੇ ਦੇ ਬੱਚੇ ਤੇ ਚਲੋ ਪੰਜਾਬੀ ਸਕੂਲ ਵਿੱਚ ਪਰ ਇੰਨੀਆਂ ਸੋਹਣੀਆਂ ਇੱਥੇ ਵੀ ਹੈ ਨਹੀਂ ਕਿਤਾਬਾਂ। ਜੀ। ਫਿਰ ਮੈਂ 2017 ਵਿੱਚ ਜਦ ਪੰਜਾਬ ਆਈ ਤੇ ਮੈਨੂੰ ਲੱਗਿਆ ਕਿ ਸਾਡੇ ਇੱਥੇ ਬੱਚਿਆਂ ਨੂੰ ਵੀ ਇਹ ਕਿਤਾਬਾਂ ਦੀ ਲੋੜ ਹੈ। ਬਿਲਕੁਲ। ਤੇ ਫਿਰ ਮੈਂ ਇਹਨਾਂ 5 ਕਿਤਾਬਾਂ ਦਾ ਸੰਕਲਨ, ਸੋ ਇਹ ਮੇਰੀ 5 ਕਿਤਾਬਾਂ ਸੀਗੀਆਂ ਪਹਿਲਾਂ ਬੋਰਡ ਬੁੱਕਸ ਜਿਹੜੀਆਂ। ਹਾਂਜੀ, ਇਹ ਇੱਕ ਬਹੁਤ ਭੁੱਖੜ ਕੀੜੀ ਜੱਟ ਦੇ ਘੁੱਗੀ। ਓਕੇ। ਚਿੜੀ ਤੇ ਕਾਂ, ਉਹ ਮਿਹਨਤੀ ਚਿੜੀ ਤੇ ਆਲਸੀ ਕਾਂ ਦੀ ਕਹਾਣੀ, ਇਹ ਦੂਸਰੇ ਨੰਬਰ ਤੇ ਹੈ। ਤੇ ਇਹ ਤੀਸਰੀ ਹੈ ਤੇ ਇਹ ਪਹਿਲੀ ਚਿੜੀ ਤੇ ਪਿੱਪਲ। ਸੋ ਇਹ ਮੈਂ 5 5 ਕਿਤਾਬਾਂ ਨੂੰ ਦਾ ਸੰਕਲਨ ਮੈਂ ਇੱਕ ਸਾਂਝੇ ਪੰਜਾਬ ਛਾਪ ਵਿੱਚ ਕਰ ਦਿੱਤਾ। ਅੱਛਾ। ਕਿਉਂਕਿ ਇਹ ਬਹੁਤ ਮਹਿੰਗੀਆਂ ਕਿਤਾਬਾਂ ਨੇ ਔਰ ਇੱਥੇ ਮਾਰਕੀਟ ਕ੍ਰੀਏਟ ਨਹੀਂ ਹੋਈ ਹੈ ਹਾਲੇ ਤੱਕ, ਲੋਕ ਖਰੀਦਦੇ ਨਹੀਂ ਨੇ ਪੰਜਾਬੀ ਦੀਆਂ। ਬੱਚਿਆਂ ਵਾਸਤੇ ਤੇ ਲਿਟਰੇਚਰ ਵਿੱਚ ਪੈਸੇ ਨਹੀਂ ਸਪੈਂਡ ਕਰਦੇ। ਨਹੀਂ ਕਰਦੇ। ਵੈਸੇ ਆਨਲਾਈਨ ਅਵੇਲੇਬਲ ਹੈਗੀਆਂ ਨੇ? ਨਹੀਂ, ਇਹ ਵਾਲੀਆਂ USA ਔਰ ਕੈਨੇਡਾ ਵਗੈਰਾ ਵਿੱਚ ਅਵੇਲੇਬਲ ਨੇ। ਤੇ ਮੈਂ ਕੀ ਕੀਤਾ, ਇਹ ਅਵੇਲੇਬਲ ਹੈ, ਇਹਨੂੰ ਮੈਂ ਕੀ ਕਰਤਾ, 50 ਕਹਾਣੀਆਂ ਨੂੰ ਇਹਦੇ ਵਿੱਚ ਸ਼ਾਮਲ ਕਰਤਾ ਤੇ ਨਾਲ ਮੈਂ ਲਹਿੰਦੇ ਪੰਜਾਬ ਵਾਸਤੇ ਵੀ ਕੀਤਾ। ਅੱਛਾ। ਕਿਉਂਕਿ ਚੜ੍ਹਦੇ ਪੰਜਾਬ ਵਾਸਤੇ, ਚੜ੍ਹਦਾ ਪੰਜਾਬ ਤੇ ਇੰਨਾ ਜਿਹਾ ਸਾਡਾ ਪੂਰੇ ਵੱਡੇ ਪੰਜਾਬ ਵਿੱਚ। ਹਾਂਜੀ। ਹੁਣ ਜ਼ਿਆਦਾਤਰ ਪੰਜਾਬੀ ਬੋਲੀ ਬੋਲਣ ਵਾਲੇ ਲਹਿੰਦੇ ਪੰਜਾਬ ਚ ਵਾਸਤੇ ਨੇ, ਪਿਆਰੀ ਬੋਲਦੇ ਨੇ। ਤੇ ਫਿਰ ਮੈਂ ਉਹ ਸ਼ਾਹਮੁਖੀ ਵਿੱਚ ਵੀ ਕਰ ਦਿੱਤਾ ਤੇ ਗੁਰਮੁਖੀ, ਸ਼ਾਹਮੁਖੀ ਔਰ ਅੰਗਰੇਜ਼ੀ, ਜੋ ਜਿਨ੍ਹਾਂ ਨੇ ਦੋਵਾਂ ਨੂੰ ਵੰਡਿਆ ਪਰ ਦੋਵਾਂ ਨੂੰ ਜੋੜਦੀ ਵੀ ਹੁਣ ਅੰਗਰੇਜ਼ੀ ਹੈ ਜੀ। ਔਰ ਇਹ ਸਾਰੀਆਂ ਪੰਜੇ ਇਹਦੇ ਵਿੱਚ ਤੇ ਨੇ। ਕਿੱਥੇ ਲੈ ਸਕਦੇ ਆ ਆਪਾਂ? ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਜਾਂ ਦੁਨੀਆ 'ਚ ਕੋਈ ਵੀ ਕਿੱਥੋਂ ਖਰੀਦ ਸਕਦਾ ਹੈ? ਸੋ ਪੰਜਾਬ ਵਿੱਚ ਹੈ ਸ਼ਾਹ ਕਿਤਾਬ ਘਰ, ਪਟਿਆਲੇ ਤੋਂ ਅਵੇਲੇਬਲ ਨੇ। ਅੱਛਾ। ਤੇ ਉਹ ਫ੍ਰੀ ਸ਼ਿਪਿੰਗ ਵੀ ਕਰਦਾ ਤੇ ਬਹੁਤ ਵਾਜਿਬ ਕੀਮਤ ਤੇ ਅਵੇਲੇਬਲ ਹੈ। ਅੱਛਾ, ਦੂਜੀ ਗੱਲ ਹੈ ਕਿ ਕਿਉਂਕਿ ਮੇਰਾ ਸਾਰਾ ਕੰਮ ਦੁਭਾਸ਼ੀ ਹੈ, ਪੰਜਾਬੀ ਵੀ ਤੇ ਅੰਗਰੇਜ਼ੀ ਵੀ। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਹੈ ਕਿ ਸਾਡੇ ਉੱਥੇ ਦੇ ਬੱਚੇ ਜੋ ਅੰਗਰੇਜ਼ੀ ਚੰਗੀ ਤਰ੍ਹਾਂ ਸਮਝਦੇ ਨੇ ਉਹ ਪੰਜਾਬੀ ਚੰਗੀ ਤਰ੍ਹਾਂ ਸਮਝ ਸਕਣ। ਜੇ ਇੱਥੇ ਦੇ ਬੱਚੇ ਜਿਹੜੇ ਕਿ ਪੰਜਾਬੀ ਜਾਣਦੇ ਨੇ, ਇੱਕ ਤੇ ਠੇਠ ਪੰਜਾਬੀ ਦੇ ਨਾਲ ਵੀ ਜੁੜਨਗੇ ਤੇ ਨਾਲ ਚੰਗੀ ਅੰਗਰੇਜ਼ੀ ਵੀ ਸਿੱਖਣਗੇ। ਸੋ ਜਿਹੜੀਆਂ ਪੰਜਾਬ ਦੀਆਂ ਬਾਤਾਂ ਨੇ, ਲੋਕ ਕਹਾਣੀਆਂ ਨੇ, ਉਹਨੂੰ ਮੈਂ ਸੰਭਾਲ ਕੇ ਰੱਖ ਰਹੀ ਹਾਂ ਔਰ ਬੱਚਿਆਂ ਤੱਕ ਪਹੁੰਚਾ ਰਹੀ ਹਾਂ। ਜੀ। ਸੋ ਇਹ ਸੀਰੀਜ਼ ਹੈਗੇ ਆ, ਸੀਰੀਜ਼ ਦੀ 6-7 ਬਾਤਾਂ, ਤੋਤੇ ਤੇ ਲੱਲਾ। ਹਾਂ, ਲੱਲਾ ਨਹੀਂ ਪਤਾ ਹੋਣਾ ਬਹੁਤ ਸਾਰੇ ਲੋਕਾਂ ਨੂੰ, ਤੁਸੀਂ ਜ਼ਰੂਰ ਦੱਸੋ। ਸੋ ਲੀਲ ਵੀ ਕਹਿ ਦਿੰਦੇ ਆ ਔਰ ਲੱਲ ਵੀ ਕਹਿੰਦੇ ਆ, ਉਹ ਬੇਰੀਆਂ ਨੂੰ ਕਹਿੰਦੇ ਆ। ਸੋ ਸੂਹੀ ਬੇਰੀਆਂ ਜਿਹੜੀਆਂ ਹੁੰਦੀਆਂ। ਸੋ ਬਹੁਤ ਪਿਆਰੀ ਬਾਤ ਹੈ। ਤੋਤੇ ਆਪਣਾ ਕੁੱਕੜ ਦਾ ਵਿਆਹ, ਇਹ ਪੋਠੋਹਾਰੀ ਦੀ ਕਹਾਣੀ ਹੈ। ਇੱਕ ਪਿੰਡ ਵਿੱਚ ਰਹਿੰਦਾ ਕੁੱਕੜ ਸੀ, ਰਚ ਕੇ ਸੋਹਣਾ, ਬੜਾ ਸਿਆਣਾ ਸੁੱਗੜ ਸੀ। ਉਹਦੇ ਸਿਰ ਸੁਨਹਿਰੀ ਕਲਗੀ ਸੀ ਜੋ ਤਾਜ ਵਾਂਗਰਾ ਲੱਗਦੀ ਸੀ, ਜਦੋਂ ਧਰਤੀ ਤੇ ਪੱਬ ਧਰਦਾ ਸੀ, ਇੰਜ ਲੱਗਦਾ ਹਵਾ ਨਾਲ ਗੱਲਾਂ ਕਰਦਾ ਸੀ। ਸਾਰੀ ਕਵਿਤਾ ਤੁਸੀਂ ਲਿਖੀ ਹੈ ਕਾਵਿਕ ਰੂਪ ਵਿੱਚ, ਇੰਗਲਿਸ਼ ਵਿੱਚ ਵੀ ਔਰ ਪੰਜਾਬੀ ਵਿੱਚ ਵੀ। ਇਹ ਕਿੱਸਾ ਕੁੱਕੜ ਦਾ। ਸੋ ਬੱਚਿਆਂ ਨੂੰ ਪਤਾ ਚੱਲੇ ਕਿ ਕਿੱਸੇ ਕੀ ਹੁੰਦੇ ਸੀ, ਕਿਸ ਤਰ੍ਹਾਂ ਲਿਖੇ ਹੋਏ ਆ। ਜਿਹੜੀ ਚਿੱਠੀਆਂ ਤੁਹਾਨੂੰ ਭੇਜਦੇ ਨੇ ਉਹ ਬੱਚੇ ਭੇਜਦੇ ਨੇ ਜਾਂ ਉਹਨਾਂ ਦੇ ਮਾਪੇ? ਬੱਚਿਆਂ ਦੇ ਮਾਪੇ ਵੀ ਭੇਜਦੇ ਨੇ, ਬੱਚੇ ਵੀ ਭੇਜਦੇ ਨੇ। ਇੱਕ ਵਾਰੀ ਬਹੁਤ ਮਜ਼ੇਦਾਰ ਕਿੱਸਾ ਹੋਇਆ, ਮੈਂ ਸਿਆਟਲ ਗਈ, ਗੁਰਦੁਆਰੇ ਵਿੱਚ ਉਹਨਾਂ ਨੇ ਸੱਦਿਆ ਸੀਗਾ ਤੇ ਮੈਂ ਇੱਕ ਬੱਚਾ ਆਇਆ, ਉਹਨੂੰ ਮੇਰੀਆਂ 5 ਸਾਲਾਂ ਦਾ ਸੀਗਾ, ਉਹਨੂੰ ਮੇਰੀ ਸਾਰੀਆਂ ਕਹਾਣੀਆਂ ਯਾਦ ਸੀਗੀਆਂ। ਅੱਛਾ। ਸਾਰੀਆਂ ਦੀ ਸਾਰੀਆਂ ਕਿਤਾਬਾਂ ਮੂੰਹ ਜ਼ਬਾਨੀ। ਤੇ ਮੈਂ ਬਹੁਤ ਹੈਰਾਨ ਹੋਈ। ਕਿੰਨੇ ਸਾਲ ਦਾ ਸੀ? 5 ਸਾਲ ਦਾ। ਤੇ ਮੈਂ ਜਦ ਤਕਰੀਰ ਦੇ ਰਹੀ ਸੀ ਤੇ ਮੈਂ ਉਹਦੀ ਗੱਲ ਕੀਤੀ ਕਿ ਮੈਂ ਕਿਹਾ ਤੁਹਾਡੀ ਸੰਗਤ ਬਹੁਤ ਪਿਆਰ ਕਰਦੀ ਹੈ ਮੈਨੂੰ, ਤੁਹਾਡਾ ਬੱਚੇ ਨੂੰ ਮੇਰੀ ਸਾਰੀਆਂ ਕਹਾਣੀਆਂ ਜ਼ੁਬਾਨੀ ਯਾਦ ਨੇ। ਹਾਂਜੀ। ਤੇ ਮੈਂ ਬਾਅਦ ਵਿੱਚ ਇੱਕ ਕੁੜੀ ਮੇਰੇ ਕੋਲ ਆਈ 10 ਸਾਲਾਂ ਦੀ ਤੇ ਉਹ ਲੜਨ ਲੱਗ ਗਈ, ਤੁਸੀਂ ਮੇਰੇ ਭਰਾ ਦਾ ਨਾਮ ਲਿੱਤਾ ਪਰ ਮੇਰਾ ਨਾਮ ਤੇ ਲਿੱਤਾ ਹੀ ਨਹੀਂ। ਮੈਂ ਕਿਹਾ ਤੂੰ ਕੌਣ ਹੈ? ਤੇ ਕਹਿੰਦੀ ਮੈਂ ਉਹਦੀ ਵੱਡੀ ਭੈਣ ਆ। ਤੁਹਾਨੂੰ ਕਿੱਦਾਂ ਲੱਗਦਾ ਕਿ 5 ਸਾਲ ਦੇ ਬੱਚੇ ਨੂੰ ਸਾਰਾ ਕੁਝ ਆਉਂਦਾ ਹੈ? ਕਿਉਂਕਿ 10 ਸਾਲ ਦੀ ਕੁੜੀ ਉਹਨੂੰ ਸਿਖਾ ਰਹੀ ਹੈ, ਜਦ ਤੋਂ ਪੈਦਾ ਹੋਇਆ ਤਾਂ ਤੋਂ ਸਿਖਾ ਰਹੀ ਹੈ। ਮਤਲਬ ਇਹ ਅਸਰ ਹੈ, ਇਹ ਰਿਜ਼ਲਟ ਹੈ ਤੁਹਾਡੀ ਮਿਹਨਤ ਦਾ ਜਿਹੜਾ ਮੁੱਲ ਹੈਗਾ ਆ। ਸੋ ਭੈਣ ਜੀ ਆਪਾਂ ਹੁਣ ਅੱਗੇ ਚੱਲੀਏ। ਮਰਜੀਵੜਾ ਜਸਵੰਤ ਸਿੰਘ ਖਾਲੜਾ
ਦ ਵੋਲੀਐਂਟ ਜਸਵੰਤ ਸਿੰਘ ਖਾਲੜਾ। ਇਹ ਕਿਤਾਬ ਆਈ ਤੇ ਖੁਸ਼ਕਿਸਮਤੀ ਹੈ ਕਿ ਜਦੋਂ ਇਹ ਕਿਤਾਬ ਰਿਲੀਜ਼ ਹੋਈ ਉਦੋਂ ਮੈਂ ਵੀ ਉੱਥੇ ਸੀ, ਬਟ ਤੁਸੀਂ ਨਹੀਂ ਸੀਗੇ। ਹਾਂਜੀ ਔਰ ਤੁਸੀਂ ਮੈਨੂੰ ਲੱਗਦਾ ਕਿਤਾਬ ਰਿਲੀਜ਼ ਹੋਣ ਤੋਂ ਬਾਅਦ ਪਹਿਲੀ ਵਾਰੀ ਇੱਥੇ ਆਏ ਆ। ਹਾਂਜੀ। ਸੋ ਇਹ ਕਿਤਾਬ ਵੀ ਤੁਸੀਂ ਬੱਚਿਆਂ ਦੇ ਲਈ ਖਾਸ ਤੌਰ ਤੇ ਲਿਖੀ ਹੈਗੀ ਹੈ, ਕਿਉਂਕਿ ਇਹਨੂੰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਲਿਖਿਆ ਗਿਆ ਤੇ ਬੱਚੇ ਇਹਨੂੰ ਸਮਝ ਸਕਣ। ਇਹ ਕਿੰਨੀ ਕੁ ਮਿਹਨਤ ਤੁਹਾਡੀ ਲੱਗੀ ਤੇ ਮਨ ਦੇ ਵਿੱਚ ਕਿਵੇਂ ਆਇਆ? ਹਿਊਮਨ ਰਾਈਟਸ ਦੇ ਨਾਲ ਜੁੜਿਆ ਮੁੱਦਾ ਹੈ, ਭਾਈ ਜਸਵੰਤ ਸਿੰਘ ਖਾਲੜਾ ਦਾ ਨਾਮ ਸੁਣ ਕੇ ਸਰਕਾਰਾਂ ਨੂੰ ਤਕਲੀਫ ਹੁੰਦੀ ਹੈ ਜੀ। ਤੁਸੀਂ ਹਿੰਮਤ ਜੁਟਾਈ ਹੈ ਔਰ ਪਹਿਲੀ ਵਾਰੀ ਮੈਨੂੰ ਲੱਗਦਾ ਹੈ ਲਿਖਿਆ ਗਿਆ। ਸੋ ਜਦ ਬੀਬੀ ਖਾਲੜਾ ਚੋਣਾਂ ਵਿੱਚ ਖੜੇ ਹੋਏ, ਹਾਂਜੀ, ਤੇ ਅਸੀਂ ਉੱਥੇ ਕਾਫੀ ਲੋਕ ਜੋ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਜਾਣੂ ਸੀ, ਉਹਨਾਂ ਨੇ ਕੈਂਪੇਨਿੰਗ ਕੀਤੀ। ਉੱਥੋਂ ਜਿਹੜੇ ਆਪਣੇ ਪਿੰਡਾਂ 'ਚ ਬੈਠੇ ਲੋਕਾਂ, ਉਹਨਾਂ ਨੂੰ ਫੋਨ ਕਰਕੇ ਕਹਿੰਦੇ ਸੀ ਉਹਨਾਂ ਦੇ ਅਮਰੀਕਾ ਵਿੱਚ ਅਸੀਂ ਜਿਹੜੇ ਸਾਡੇ ਇੱਥੇ ਜੁੜੇ ਹੋਏ ਸਾਡੇ ਲੋਕ ਉਹਨਾਂ ਦੇ ਤੇ ਲੋਕੀ ਕਹਿੰਦੇ ਸੀ ਕੌਣ ਜਸਵੰਤ ਸਿੰਘ ਖਾਲੜਾ, ਈਵਨ ਪੱਟੀ ਏਰੀਆ ਵਿੱਚ। ਤੇ ਸਾਡਾ ਦਿਲ ਬਹੁਤ ਟੁੱਟਦਾ ਸੀਗਾ। ਇੱਕ ਮੇਰੀ ਸਹੇਲੀ ਹੈ, ਉਹ ਕਾਫੀ ਜ਼ੋਰ ਸ਼ੋਰ ਨਾਲ ਉਹਨਾਂ ਨੇ ਪ੍ਰਚਾਰ ਕੀਤਾ ਸੀਗਾ। ਉਹਨਾਂ ਨੇ ਮੈਨੂੰ ਬੇਨਤੀ ਕੀਤੀ ਕਿ ਭੈਣ ਜੀ ਤੁਸੀਂ ਇਹਨਾਂ ਦੇ ਬਾਰੇ ਕੁਝ ਪਰਚਾ ਤਿਆਰ ਕਰੋ, ਕੁਝ ਲਿਖੋ, ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਤੇ ਮੈਂ ਜਦ ਇਹਨਾਂ ਦੇ ਬਾਰੇ ਰਿਸਰਚ ਕਰਨੀ ਸ਼ੁਰੂ ਕੀਤੀ, ਲਿਖਣਾ ਸ਼ੁਰੂ ਕੀਤਾ, ਤੇ ਮੈਨੂੰ ਲੱਗਿਆ ਕਿ ਸਿਰਫ ਇੱਕ ਆਰਟੀਕਲ ਇਹਨਾਂ ਦੀ ਲਾਈਫ ਨੂੰ ਜਸਟੀਫਾਈ ਨਹੀਂ ਕਰ ਸਕਦਾ। ਇਹਨਾਂ ਦੇ ਵਾਸਤੇ ਇੱਕ ਕਿਤਾਬ ਜ਼ਰੂਰੀ ਹੈ। ਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਂ ਛੋਟਾ ਜਿਹਾ ਆਰਟੀਕਲ ਨਹੀਂ ਲਿਖ ਸਕਦੀ, ਕਿਉਂਕਿ ਮੈਂ ਜਦ ਇਹਨਾਂ ਦੇ ਬਾਰੇ ਜਾਣਨਾ ਸ਼ੁਰੂ ਕਰਦੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਫਲਸਫਾ, ਪੂਰੀ ਜ਼ਿੰਦਗੀ ਦਾ ਫਲਸਫਾ, ਉਹਦੇ ਨਾਲ ਸਾਡੇ ਲੋਕਾਂ ਨੂੰ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਜੀ। ਕਿਉਂਕਿ ਜਸਵੰਤ ਸਿੰਘ ਖਾਲੜਾ ਪੰਜਾਬ ਨੂੰ ਜੋੜਦੇ ਆ। ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਮੈਂ ਉਹਨਾਂ ਦੇ ਬਾਰੇ ਕੁਝ ਕਰਨਾ ਚਾਹੁੰਦੀ ਹਾਂ। ਉਹਨਾਂ ਦੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ। ਮੈਂ ਪੰਜਾਬ ਆਈ, ਬੀਬੀ ਖਾਲੜਾ ਨੂੰ ਵੀ ਮਿਲੀ 2019 ਵਿੱਚ ਜੀ। ਬੀਬੀ ਨਵਕਿਰਨ ਕੌਰ ਖਾਲੜਾ ਉਹਨਾਂ ਦੀ ਧੀ, ਉਹਨਾਂ ਦੇ ਨਾਲ ਮੇਰਾ ਰੋਜ਼ ਦਾ ਫਿਰ ਗੱਲਬਾਤ ਹੋਣੀ ਸ਼ੁਰੂ ਹੋਈ। ਸੋ ਮੈਨੂੰ ਬਚਪਨ ਦੇ ਸਾਰੇ ਕਿੱਸੇ ਦੱਸੋ ਉਹਨਾਂ ਦੇ। ਫਿਰ ਉਹਨਾਂ ਨੇ ਉਹਨਾਂ ਦੇ ਭੂਆ ਜੀ ਨੂੰ ਹੋਰਾਂ ਨੂੰ, ਚਾਚਾ ਜੀ ਹੋਰਾਂ ਨੂੰ ਕਾਲ ਕਰਦੇ ਗਏ, ਲਿਖਦੇ ਗਏ, ਮੈਨੂੰ ਪਾਸ ਕਰਦੇ ਗਏ। ਅਸੀਂ ਬੈਠ ਕੇ ਮੈਂ ਨੋਟਸ ਲੈਂਦੀ ਗਈ ਤੇ ਇਸ ਤਰ੍ਹਾਂ ਅਸੀਂ 1 ਸਾਲ ਤੇ ਸਾਡਾ ਰਿਸਰਚ ਹੋਇਆ ਪੂਰਾ। ਸੋ ਮੈਂ ਚਾਹੁੰਦੀ ਸੀ ਕਿ ਇੱਕ ਕਿਤਾਬ ਹੋਵੇ, ਸਿਰਫ ਇੱਕ ਕਿਤਾਬ। ਜਦ ਕੋਈ ਵੀ ਨੌਜਵਾਨ ਬੱਚਾ ਪੜ੍ਹੇ ਤੇ ਉਹਨੂੰ ਪੰਜਾਬ ਦਾ 20ਵੀਂ ਸਦੀ ਦਾ ਸਾਰਾ ਬਿਰਤਾਂਤ ਪਤਾ, ਉਹਦੇ ਨਾਲ ਜਾਣੂ ਹੋ ਜਾਏ। ਬਿਲਕੁਲ। ਬਹੁਤ ਇਹਦਾ ਅਸਰ ਵੀ ਹੋਇਆ ਕਿਤਾਬ ਦਾ। ਕਿੰਨੀਆਂ ਕੁ ਕਾਪੀਆਂ ਤੁਸੀਂ ਹੁਣ ਤੱਕ ਛਪਵਾ ਚੁੱਕੇ ਹੋ? ਤੁਹਾਨੂੰ ਛਪਵਾਉਣੀਆਂ ਪਈਆਂ, ਕਿੰਨੀਆਂ ਚਲੀਆਂ ਗਈਆਂ ਮਾਰਕੀਟ ਦੇ ਵਿੱਚ? ਅਸੀਂ 15 ਔਰ 7.5 22,000 ਕਾਪੀਆਂ ਛਪਵਾਈਆਂ। ਬਹੁਤ ਮਹਿੰਗਾ ਪ੍ਰੋਜੈਕਟ ਹੈ ਇਹ, ਲੱਖਾਂ ਡਾਲਰਾਂ ਦਾ ਪ੍ਰੋਜੈਕਟ ਹੈ ਜੀ। ਕਿਉਂਕਿ ਇਹਦੇ ਜਿਹੜੇ ਇਲਸਟ੍ਰੇਸ਼ਨਸ ਨੇ ਉਹ ਇੱਕ ਟੌਪ ਆਰਟਿਸਟ ਕਰਦੇ ਆ UK ਦੇ। ਉਹ ਅੱਜ ਦੀ ਤਾਰੀਖ ਵਿੱਚ $1000 ਪਰ ਇਲਸਟ੍ਰੇਸ਼ਨ ਤੇ ਲੈਂਦੇ ਆ ਘੱਟ ਤੋਂ ਘੱਟ ਜੀ। ਸੋ ਉਹ 45 ਕਮਿਸ਼ਨਡ ਇਲਸਟ੍ਰੇਸ਼ਨਸ ਨੇ। ਸੋ ਇਹ ਕਿਤਾਬ ਲਿਖਣ ਤੋਂ ਬਾਅਦ ਤੁਹਾਨੂੰ ਕੋਈ ਇੱਥੇ ਭਾਰਤ ਵਿੱਚ ਕੋਈ ਸਮੱਸਿਆ ਤਾਂ ਨਹੀਂ ਆਈ ਹੈਗੀ, ਕੋਈ ਸਰਕਾਰੀ ਦਰਬਾਰੇ ਤਰ੍ਹਾਂ ਦੀ ਕੋਈ ਸਮੱਸਿਆ? ਅਸੀਂ ਸੋਚਿਆ ਸੀਗਾ, ਪਰ ਲਾਇਰਸ ਨੇ ਕਿਤਾਬ ਪਹਿਲਾਂ ਦੇਖ ਲਈ ਸੀ ਜੀ। ਸਰਦਾਰ ਅਜੀਤ ਸਿੰਘ ਬੈਂਸ ਨੇ ਰਿਵਿਊ ਲਿਖਿਆ, ਰਜਿੰਦਰ ਸਿੰਘ ਬੈਂਸ ਹੋਰਾਂ ਨੇ, ਪੰਜਾਬ ਹਿਊਮਨ ਰਾਈਟਸ ਨੇ ਜੀ। ਉਹਨਾਂ ਨੇ ਸਾਰਾ ਦੇਖ ਕੇ ਉਹਨਾਂ ਨੇ ਕਿਹਾ ਇਹਦੇ ਵਿੱਚ ਕੁਝ ਪ੍ਰੋਪੇਗੈਂਡਾ ਨਹੀਂ ਹੈ, ਕਿਉਂਕਿ ਇਹ ਕਿਤਾਬ ਨਾ ਤੇ ਸਟੇਟ ਦਾ ਪ੍ਰੋਪੇਗੈਂਡਾ ਹੈ, ਨਾ ਹੈ ਖਾਲਿਸਤਾਨੀ ਪ੍ਰੋਪੇਗੈਂਡਾ ਹੈ। ਇਹ ਲੋਕਾਂ ਦੀ ਗੱਲ ਆ ਜੀ। ਤੇ ਭੈਣ ਜੀ ਹੁਣੇ ਰੀਸੈਂਟ ਤੁਹਾਡੇ ਪੁੱਤਰ ਦੇ ਨਾਲ ਮੈਨੂੰ ਵੀ, ਕਿਉਂਕਿ ਮੈਨੂੰ ਹੁਣ ਪਤਾ ਲੱਗਿਆ ਕਿ ਅੰਗਦ ਸਿੰਘ ਤੁਹਾਡਾ ਪੁੱਤਰ ਹੈ। ਥੋੜੇ ਦਿਨ ਪਹਿਲਾਂ ਅਸੀਂ ਖਬਰ ਵੀ ਚਲਾਈ ਕਿ ਇੱਕ ਸਿੱਖ ਸਿੱਖ ਪਹਿਰਾਵੇ ਵਾਲਾ ਸਿੱਖ ਨੌਜਵਾਨ ਹੈ ਤੇ ਉਹਨੂੰ ਡਿਪੋਰਟ ਕਰ ਦਿੱਤਾ ਗਿਆ, ਦਿੱਲੀ 에ਅਰਪੋਰਟ ਤੋਂ ਆਉਣ ਨਹੀਂ ਦਿੱਤਾ ਗਿਆ। ਤੇ ਉਸ ਘਟਨਾ ਨੇ ਤੁਹਾਨੂੰ ਕਿੰਨੀ ਤਕਲੀਫ ਦਿੱਤੀ ਹੈ? ਬਹੁਤ ਡੂੰਗੀ ਤਕਲੀਫ ਹੈ ਸਾਨੂੰ, ਬਹੁਤ ਗਹਿਰਾ ਦਰਦ ਹੈ ਕਿਉਂਕਿ ਮੈਂ ਅੰਗਦ ਸਿੰਘ ਨੂੰ ਬਚਪਨ ਤੋਂ ਜਿਵੇਂ ਲਿਵ ਕੌਰ ਨੂੰ ਜੋੜ ਕੇ ਰੱਖਿਆ, ਉਹਨੂੰ ਵੀ ਜੋੜ ਕੇ ਰੱਖਿਆ ਪੰਜਾਬ ਦੇ ਨਾਲ, ਸਿੱਖੀ ਦੇ ਨਾਲ। ਸਾਬਤ ਸੂਰਤ ਹੈ ਬੱਚਾ ਮੇਰਾ। ਜਾਰਜੀਆ ਵਿੱਚ ਅਸੀਂ ਰਹਿੰਦੇ ਸਾਂ, ਅਟਲਾਂਟਾ ਵਿੱਚ। 2000 ਦੇ ਹਾਈ ਸਕੂਲ ਵਿੱਚ ਇਕੱਲਾ ਸਾਬਤ ਸੂਰਤ ਸਿੱਖ ਮੁੰਡਾ, ਤੇ ਔਰ ਸਿੱਖੀ ਨਾਲ ਬਹੁਤ ਜੁੜਿਆ ਹੋਇਆ। ਪੰਜਾਬ ਹਰ ਸਾਲ, ਹਰ ਦੂਜੇ ਸਾਲ ਭੇਜਦੀ ਸਾਂ ਮੈਂ ਉਹਨੂੰ। ਹੁਣ ਉਹ ਜਰਨਲਿਸਟ ਆ ਤੇ ਉਹ ਇੰਟਰਨੈਸ਼ਨਲ ਮੀਡੀਆ ਕੰਪਨੀ ਵਾਈਸ ਮੀਡੀਆ ਦੇ ਨਾਲ ਕੰਮ ਕਰਦਾ ਜੀ। ਤੇ ਸਾਊਥ ਏਸ਼ੀਆ ਉਹਦਾ ਖਿੱਤਾ ਹੈ ਜੀ। ਤੇ ਸਾਊਥ ਏਸ਼ੀਆ ਦੇ ਪੀਪਲਸ ਮੂਵਮੈਂਟ, ਜਿਹੜੀਆਂ ਤਹਿਰੀਕਾਂ ਹੁੰਦੀਆਂ, ਲੋਕਾਂ ਦੀਆਂ ਤਹਿਰੀਕਾਂ, ਉਹਨਾਂ ਨੂੰ ਕਵਰ ਕਰਦਾ ਜੀ। ਤੇ ਹੁਣ ਆਬਵੀਅਸਲੀ ਪੰਜਾਬ ਪ੍ਰੋਟੈਸਟ, ਜਿਹੜਾ ਫਾਰਮਰਸ ਪ੍ਰੋਟੈਸਟ ਉਹਨੂੰ ਕਵਰ ਕੀਤਾ ਉਹਨੇ, ਕਿਸਾਨੀ ਮੋਰਚੇ ਨੂੰ। ਤੇ ਸ਼ਹੀਨ ਬਾਗ ਮੋਰਚਾ ਲੱਗਿਆ ਸੀ ਸ਼ਾਇਦ, ਉਹਦੇ ਵਿੱਚ ਵੀ ਉਹਦੀ ਕੰਪਨੀ ਨੇ ਉਹਦੇ ਉੱਪਰ ਡਾਕੂਮੈਂਟਰੀ ਵੀ ਬਣਾਈ। ਹਾਂਜੀ, ਮੈਂ ਵੀ ਦੇਖੀ ਹੋਈ ਹੈ, ਬੜੀ ਸ਼ਾਨਦਾਰ ਬਣਾਈ ਹੈ। ਤੇ ਆਪਣਾ ਜਿਹੜਾ ਕੋਵਿਡ ਦਾ ਭਾਰਤ ਦੇ ਜਿਹੜੇ ਫੇਲਿਅਰ ਸੀਗੇ, ਉਹਦੇ ਉੱਪਰ ਉਹਨਾਂ ਨੇ ਡਾਕੂਮੈਂਟਰੀ ਬਣਾਈ ਜੀ। ਇੱਕ ਪੱਤਰਕਾਰ ਦਾ ਫਰਜ਼ ਵੀ ਹੁੰਦਾ ਹੈ, ਜੋ ਫਰਜ਼ ਸੀਗੇ ਉਹ ਆਪਣੇ ਨਿਭਾਏ। ਜਿੱਦਾਂ ਸ਼੍ਰੀਲੰਕਾ ਵਿੱਚ ਪੀਪਲਸ ਮੂਵਮੈਂਟ ਉਹ ਕਵਰ ਕੀਤੇ, ਹਾਂਗਕਾਂਗ ਕਵਰ ਕੀਤਾ।
ਪਰ ਉਹਨੂੰ ਹੁਣੇ ਪਿਛਲੇ ਦਿਨੇ ਸਾਨੂੰ ਮਿਲਣ ਆ ਰਿਹਾ ਸੀ ਹੁਣ ਪਰਸਨਲ ਆਪਣਾ OCI ਕਾਰਡ ਤੇ ਉਹਨੂੰ ਆਉਣ ਨਹੀਂ ਦਿੱਤਾ ਗਿਆ। ਕਾਰਨ ਪਤਾ ਲੱਗਿਆ? ਨਹੀਂ, ਕਾਰਨ ਉਹਨਾਂ ਨੇ ਕੁਝ ਨਹੀਂ ਦਿੱਤਾ। ਉਹਨਾਂ ਨੇ ਸੈਕਸ਼ਨ 6 ਆਫ ਫੋਰਨ ਐਕਟ ਉਹਦੇ ਡਿਪੋਰਟੇਸ਼ਨ ਪੇਪਰਸ ਵਿੱਚ ਲਿਖਿਆ। ਅੱਛਾ। ਜਿੱਦਾਂ ਮਤਲਬ ਹੈ ਕਿ ਅਸੀਂ ਜੇ ਸਮਝਦੇ ਹਾਂ ਕਿ ਤੁਸੀਂ ਸਾਡੇ ਮੁਲਕ ਵਾਸਤੇ ਠੀਕ ਨਹੀਂ ਹੋ ਤੇ ਅਸੀਂ ਕਿਸੇ ਵੀ ਫੋਰਨਰ ਨੂੰ ਡਿਪੋਰਟ ਕਰ ਸਕਦੇ ਹਾਂ। ਅੱਛਾ। ਜਦਕਿ ਉਹ OCI ਕਾਰਡ ਹੋਲਡਰ ਹੈ ਤੇ OCI ਗਾਰੰਟੀ ਹੈ ਕਰਦਾ ਹੈ ਕਿ ਤੁਸੀਂ ਭਾਰਤ ਕਦੇ ਵੀ ਆ ਸਕਦੇ ਹੋ। ਦੁੱਖ ਇਸ ਗੱਲ ਦਾ ਹੈ ਕਿ ਉਹਨੂੰ ਆਪਣੇ ਕਨੈਕਸ਼ਨਸ ਦੇ ਨਾਲ ਤੋੜਿਆ ਗਿਆ। ਉਹਦੇ ਮਨ ਤੇ ਕੋਈ ਅਸਰ ਹੋਇਆ? ਕਿੰਨਾ ਕੁ ਅਸਰ ਹੋਇਆ ਇਸ ਗੱਲ ਦਾ? ਕਿਉਂਕਿ ਇੱਕ ਮਤਲਬ ਇੰਟਰਨੈਸ਼ਨਲੀ ਤੁਹਾਡੇ ਤੇ ਇੱਕ ਠੱਪਾ ਵੀ ਲਾ ਦਿੱਤਾ ਗਿਆ ਹੈਗਾ। ਬਿਲਕੁਲ। ਉਹ ਬਹੁਤ ਝੱਲਣਾ ਔਖਾ ਹੁੰਦਾ ਹੈ। ਉਹ ਤੇ ਇੱਕ ਧਰਤੀ ਨਾਲ ਇੱਥੇ ਆ ਕੇ ਰਹਿਣਾ ਚਾਹੁੰਦਾ ਸੀਗਾ ਔਰ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦਾ ਸੀਗਾ ਔਰ ਪੰਜਾਬ ਦੀ ਜਿਹੜੀ ਹਾਲਤ ਹੈ, ਕਿਉਂਕਿ ਉਹ ਜਦ ਮੇਰੇ ਖਿਆਲ ਫਰਸਟ ਈਅਰ ਵਿੱਚ ਸੀਗਾ ਕਾਲਜ ਵਿੱਚ, ਇੱਥੇ ਆਇਆ ਸੀਗਾ। ਉਹਦੀ ਡਾਕੂਮੈਂਟਰੀ ਤੇ ਕੰਮ ਕਰ ਰਿਹਾ ਸੀ, ਸਸਟੇਨ ਪੰਜਾਬ, ਉਹ ਪੂਰੀ ਨਹੀਂ ਹੋਈ। ਉਹਨੇ ਇੱਥੇ ਆ ਕੇ ਉਹਨੂੰ ਵੀ ਵਾਤਾਵਰਣ ਦੇ ਨਾਲ ਬਹੁਤ ਪਿਆਰ ਹੈ। ਅੱਛਾ। ਤੇ ਪੰਜਾਬ ਦੇ ਜਿਹੜਾ ਵਾਤਾਵਰਣ ਦਾ ਘਾਣ ਹੈ ਉਹਦੇ ਦਿਲ ਤੇ ਉਹਦਾ ਡੂੰਘਾ ਅਸਰ ਹੈ ਤੇ ਉਹ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਸੀਗਾ। ਤੇ ਉਹ ਸਾਰਾ ਇੱਕ ਵਾਰੀ ਤਾਂ ਬਲੌਕ, ਉਹ ਸਾਰਾ ਕੁਝ ਬਲੌਕ ਹੋ ਚੁੱਕਿਆ ਹੁਣ ਫॉर ਨਾਓ। ਤੇ ਉਸ ਗੱਲ ਦਾ ਸਾਨੂੰ ਬਹੁਤ ਸਦਮਾ ਹੈ। ਤੇ ਕੰਮ ਦੇ ਇਲਾਵਾ ਪਰਸਨਲ ਕਨੈਕਸ਼ਨਸ, ਮੇਰੇ ਮਾਤਾ ਜੀ ਪਿਤਾ ਜੀ ਇੱਥੇ ਨੇ, ਆਪਣੀ ਧਰਤੀ ਨਾਲ, ਆਪਣੇ ਨਾਨਾ ਨਾਨੀ ਸਾਰੇ, ਬਾਕੀ ਪੂਰਾ ਪਰਿਵਾਰ ਇੱਥੇ ਔਰ ਬਹੁਤ ਜੁੜਿਆ ਹੋਇਆ ਉਹਨਾਂ ਦੇ ਨਾਲ। ਤੇ ਹਰ ਦੂਜੇ ਤੀਜੇ ਸਾਲ ਆਉਂਦਾ ਸੀਗਾ। ਮੈਂ ਆਪਣੇ ਪਿਤਾ ਜੀ ਨੂੰ ਹਾਲੇ ਤੱਕ ਨਹੀਂ ਦੱਸਿਆ ਕਿ ਉਹ ਡਿਪੋਰਟ ਹੋਇਆ। ਉਹ ਬਹੁਤ ਘਬਰਾ ਗਏ, ਮੇਰੇ ਮੰਮੀ ਵੀ ਬਹੁਤ ਘਬਰਾ ਗਏ। ਉਹਨਾਂ ਨੇ ਮੈਨੂੰ ਵੀ ਪੰਜਾਬ ਆਉਣੋਂ ਵਰਜਿਆ ਕਿ ਤੂੰ ਨਾ ਜਾ। ਸੋ ਭੈਣ, ਤੁਸੀਂ ਵਾਤਾਵਰਣ ਦੀ ਗੱਲ ਕੀਤੀ ਕਿ ਵਾਤਾਵਰਣ ਦੇ ਲਈ ਬਹੁਤ ਚਿੰਤਤ ਹੈ। ਤੁਹਾਡੇ ਹੱਥ ਵਿੱਚ ਮੈਂ ਕਿਤਾਬਚਾ ਦੇਖ ਰਹੀ ਹਾਂ, ਇਹ ਕੀ ਹੈ? ਸੋ ਮੈਂ ਇੱਥੇ ਜਦ ਵੀ ਮੈਂ ਪੰਜਾਬ ਆਉਂਦੀ ਹਾਂ ਮੈਂ ਖਾਲੀ ਹੱਥ ਨਹੀਂ ਆਉਂਦੀ ਆ। ਤੇ ਮੈਂ ਪੰਜਾਬ ਦੇ ਵਾਸਤੇ ਪਰਫਿਊਮਸ ਔਰ ਘੜੀਆਂ ਨਹੀਂ ਲੈ ਕੇ ਆਉਂਦੀ, ਮੈਂ ਪੰਜਾਬ ਦੇ ਵਾਸਤੇ ਕਿਤਾਬਾਂ ਲੈ ਕੇ ਆਉਂਦੀ। ਸੋ ਇਸ ਵਾਰੀ ਕਿਉਂਕਿ ਮੈਂ ਮਰਜੀਵੜਾ ਜਸਵੰਤ ਸਿੰਘ ਖਾਲੜਾ ਦੇ 2 ਸਾਲ ਪਹਿਲਾਂ ਰਿਲੀਜ਼ ਹੋ ਗਈ ਸੀਗੀ, ਮੈਂ ਨਹੀਂ ਆ ਪਈ ਸੀ। ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਹਰ ਜਣੇ ਖਣੇ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦਾ ਪਾਣੀ ਮੁੱਕਣ ਵਾਲਾ ਹੈ ਔਰ ਪੰਜਾਬ ਦੀ ਹਵਾ ਕਿੰਨੀ ਪ੍ਰਦੂਸ਼ਿਤ ਹੈ ਔਰ ਪੰਜਾਬ ਦਾ ਜਿਹੜਾ ਪਾਣੀ ਆ ਵੀ ਰਿਹਾ ਉਹ ਵੀ ਪ੍ਰਦੂਸ਼ਿਤ ਹੈ। ਤੇ ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ? ਔਰ ਪੰਜਾਬ ਦਾ ਸ਼ੋਸ਼ਣ ਇੰਨਾ ਹੋਇਆ ਹੈ ਖੇਤੀਬਾੜੀ ਦੇ ਨਾਂ ਤੇ ਜੀ। ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ? ਆਪਾਂ ਕੀ ਕਰ ਸਕਦੇ ਹਾਂ? ਸਰਕਾਰਾਂ ਤੋਂ ਨਾ ਉਮੀਦ ਰੱਖੀਏ, ਆਪਾਂ ਆਪ ਕਰੀਏ। ਸਭ ਤੋਂ ਪਹਿਲਾਂ ਤੇ ਆਪ ਉਹਦੇ ਬਾਰੇ ਜਾਣੂ ਹੋਈਏ, ਮੁੱਦੇ ਕੀ ਨੇ। ਸੋ ਇਹਦੇ ਵਿੱਚ ਮੈਂ 10 ਮੁੱਦੇ ਉਹ ਆਇਡੈਂਟੀਫਾਈ ਕੀਤੇ ਹੈ ਜਿਹਦੇ ਕਰਕੇ ਪੰਜਾਬ ਦੇ ਵਾਤਾਵਰਣ ਦਾ ਘਾਣ ਹੋ ਰਿਹਾ ਹੈ ਔਰ ਉਹ ਆਪਸ ਵਿੱਚ ਜੁੜੇ ਹੋਏ ਨੇ। ਉਹਨਾਂ ਦੇ ਬਾਰੇ ਮੈਂ ਬਹੁਤ ਸਰਲ ਤਰੀਕੇ ਵਿੱਚ ਸਮਝਾਇਆ ਹੈ ਤੇ ਨਾਲ ਹੀਲੇ ਵਸੀਲੇ ਵੀ ਦਿੱਤੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕਿੰਨਾ ਨੇ ਕੀ ਕੀਤਾ ਹੈ। ਉਹਨਾਂ ਦਾ ਨਾਂ ਪਤਾ ਵੀ ਲਿਖਿਆ ਹੈ ਕਿ ਕੋਈ ਜੇ ਤੁਸੀਂ ਵਾਟਰ ਹਾਰਵੈਸਟਿੰਗ ਕਰਨਾ ਚਾਹੁੰਦੇ ਹੋ, ਮੀਂਹ ਦਾ ਪਾਣੀ ਬਚਾਉਣਾ ਚਾਹੁੰਦੇ ਹੋ ਤੇ ਤੁਸੀਂ ਕਿਹਦੇ ਨਾਲ ਰਾਬਤਾ ਕਰੋ, ਸੰਪਰਕ ਕਰ ਸਕਦੇ ਹੋ। ਪਿੱਪਲ ਲਿਖਿਆ ਹੋਇਆ ਪਿੱਛੇ ਮੈਂ ਦੇਖ ਰਹੀ ਹਾਂ। ਪਿੱਪਲ ਇਹ ਕੀ ਹੈ? ਸੋ ਪਿੱਪਲ ਸਾਡੀ ਸੰਸਥਾ ਹੈ, ਹੁਣ ਗੈਰ ਮੁਨਾਫੇਦਾਰੀ ਸੰਸਥਾ ਹੈ। ਪਿੱਪਲ ਅੰਗਰੇਜ਼ੀ ਵਿੱਚ ਹੈ PIPPAL, ਪਾਰਟਨਰਸ਼ਿਪ ਇਨ ਪ੍ਰੋਮੋਟਿੰਗ ਪੰਜਾਬੀ ਆਰਟ ਐਂਡ ਲਿਟਰੇਚਰ ਜੀ। ਸੋ ਪੰਜਾਬ ਦੇ ਬੱਚਿਆਂ ਦੇ ਹੱਥਾਂ ਵਿੱਚ ਸੋਹਣਾ ਪੰਜਾਬੀ ਸਾਹਿਤ ਤੇ ਆਰਟ ਪਹੁੰਚਾਉਣ ਦਾ ਇੱਕ ਅਦਾਰਾ ਹੈ ਜੀ। ਸੋ ਕਿਉਂਕਿ ਅਸੀਂ ਡਾਇਸਪੋਰਾ ਵਾਸਤੇ ਕਿਤਾਬਾਂ ਲਿਖੀਆਂ ਤੇ ਉੱਥੋਂ ਦੀ ਜਿਹੜਾ ਰੈਵਨਿਊ ਆਉਂਦਾ ਹੈ ਨਾ ਉਹ ਅਸੀਂ ਪੰਜਾਬ ਦੇ ਡਿਸਟ੍ਰੀਬਿਊਸ਼ਨ ਵਿੱਚ ਲਾ ਦਿੰਦੇ ਆ। ਜੀ ਜੀ। ਇੱਥੇ ਲਿਖਿਆ ਅਸੀਂ ਹੀ ਬਚਾਉਣਾ ਹੈ, ਅਸੀਂ ਹੀ ਬਣਾਉਣਾ ਹੈ ਨਵਾਂ ਨਰੋਆ ਪੰਜਾਬ। ਇੱਕ ਵੱਡਾ ਮੈਸੇਜ ਹੈ ਜਿਹੜਾ ਉਹ ਭੈਣ ਜੀ ਨੇ ਦਿੱਤਾ ਹੈਗਾ। ਸੋ ਇੱਥੇ ਉੱਲੂ ਬਣਾਇਆ ਹੋਇਆ, ਇਹ ਕਿਹਨੇ ਬਣਾਇਆ? ਉੱਲੂ ਹੀ ਹੈ ਨਾ? ਹਾਂਜੀ, ਇਹ ਲਿਵ ਕੌਰ ਨੇ ਬਣਾਇਆ ਹੈ। ਅੱਛਾ, ਲਿਵ ਕੌਰ ਹੁਣੇ ਸਾਨੂੰ ਕਵਿਤਾ ਸੁਣਾ ਕੇ ਗਈ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਬੜੀ ਸੋਹਣੀ ਕਵਿਤਾ, ਸਾਰਾ ਆਰਟ ਵਰਕ ਲਿਵ ਨੇ ਕੀਤਾ ਜੀ। ਸੋ ਭੈਣ ਜੀ, ਮਤਲਬ ਇਹ ਸਾਰਾ ਜਿਹੜਾ ਕੰਮ ਤੁਸੀਂ ਕਰ ਰਹੇ ਹੈਗੇ ਆ, ਇੱਕ ਪਰਿਵਾਰ ਦਾ ਸਾਥ ਪੂਰਾ ਮਿਲ ਰਿਹਾ ਤੁਹਾਡੇ? ਮਤਲਬ ਭਾਈ ਸਾਹਿਬ ਦਾ ਸਾਥ ਮਿਲ ਰਿਹਾ ਹੈਗਾ ਤੁਹਾਡੇ ਹਸਬੈਂਡ ਦਾ? ਹਾਂਜੀ, ਉਹ ਮਿਲ ਰਿਹਾ ਤਾਂ ਹੀ ਮੈਂ ਕਰ ਪਾ ਰਹੀ ਹਾਂ। ਤੇ ਮੇਰੇ ਘਰ ਵਿੱਚ ਮੇਰਾ ਘਰ ਵਾਲਾ ਮੇਰੀ ਸੱਸ ਹੈ ਪੰਜਾਬੀ, ਠੇਠ ਪੰਜਾਬੀ। ਅੱਛਾ। ਉਹ ਤੁਰ ਫਿਰ ਨਹੀਂ ਸਕਦੇ। ਅੱਛਾ। ਉਹਨਾਂ ਦੀ ਸੇਵਾ ਦਾ ਕੰਮ ਵੀ ਹੁੰਦਾ। ਲਿਵ ਕੌਰ ਨੂੰ ਦਾ ਪਾਲਣ ਪੋਸ਼ਣ ਤੇ ਉਹਨੂੰ ਪੰਜਾਬੀ ਦੇ ਨਾਲ ਜੋੜਨਾ, ਪੰਜਾਬੀ ਬੋਲੀ ਸਿਖਾਉਣੀ। ਸਕੂਲ ਆਉਂਦੀ ਹੈ, ਮੈਂ ਉਡੀਕ ਰਹੀ ਹੁੰਦੀ ਹਾਂ ਜਿੱਦਾਂ ਕੋਈ ਸ਼ਿਕਰਾ ਉਡੀਕ ਰਿਹਾ ਹੁੰਦਾ ਆਪਣੇ ਸ਼ਿਕਾਰ ਨੂੰ।
ਸਕੂਲ ਵਿੱਚ 8 ਘੰਟੇ ਅੰਗਰੇਜ਼ੀ ਬੋਲ ਕੇ ਆਏਗੀ ਮੇਰੀ ਆਂਦੀ ਹੈ ਤੇ ਅੱਧੇ ਘੰਟੇ ਸਾਡੀ ਨਾ ਪੰਜਾਬੀ ਇੰਗਲਿਸ਼ ਚੱਲਦੀ ਹੈ। ਅੱਛਾ, ਫਿਰ ਉਹਦੇ ਬਾਅਦ ਉਹ ਹੌਲੀ ਹੌਲੀ ਪੰਜਾਬੀ ਚ ਆ ਜਾਂਦੀ ਹੈ। ਠੀਕ ਹੈ। ਸੋ ਭੈਣ ਜੀ ਤੁਸੀਂ ਕੀ ਮਤਲਬ ਮੈਸੇਜ ਦੇਣਾ ਚਾਹੁੰਦੇ ਹੋ? ਆਪਾਂ ਹੁਣ ਵਾਈਂਡ ਅਪ ਕਰਨ ਤੇ ਆ ਗਏ ਆ। ਮਾਪਿਆਂ ਨੂੰ ਮੈਂ ਸੁਨੇਹਾ ਦੇਣਾ ਚਾਹੂੰਗੀ ਕਿ ਸਾਡੀ ਬੋਲੀ ਸਾਡਾ ਵਿਰਸਾ ਅਮੁੱਲ ਹੈ ਜੀ, ਤੇ ਜੇ ਤੁਸੀਂ ਇਹਦੇ ਨਾਲ ਆਪ ਟੁੱਟ ਗਏ ਤੇ ਤੁਹਾਡੀ ਪੀੜ੍ਹੀਆਂ ਉਹਦੇ ਨਾਲ ਲਾਜ਼ਮੀ ਟੁੱਟ ਜਾਣਗੀਆਂ ਤੇ ਤੁਸੀਂ ਆਪਣੀ ਬੋਲੀ ਨੂੰ ਆਪਣੇ ਵਿਰਸੇ ਨੂੰ ਕਤਲ ਕਰਨ ਦੇ ਜ਼ਿੰਮੇਵਾਰ ਹੋਵੋਗੇ। ਕਿ ਤੁਸੀਂ ਆਪਣੇ ਮੋਢਿਆਂ ਤੇ ਇੰਨਾ ਵੱਡਾ ਬੋਝ ਲੈ ਕੇ ਜਾਣਾ ਚਾਹੋਗੇ ਇਸ ਦੁਨੀਆ ਤੋਂ ਕਿ ਤੁਸੀਂ ਆਪਣੇ ਵਿਰਸੇ ਨੂੰ, ਆਪਣੀ ਬੋਲੀ ਨੂੰ, ਸਿੱਖੀ ਨੂੰ, ਪੰਜਾਬੀਅਤ ਨੂੰ ਬਚਾਉਣ ਵਾਸਤੇ ਇੱਕ ਕਦਮ ਪੁੱਟਣਾ ਚਾਹੋਗੇ। ਔਰ ਸਿਰਫ ਇੱਕ ਕਦਮ ਪੁੱਟਣ ਦੀ ਲੋੜ ਹੈ ਤੇ ਬਾਕੀ ਗੁਰੂ ਤੁਹਾਡਾ ਹੱਥ ਆਪੇ ਆ ਕੇ ਫੜੂਗਾ ਜੀ। ਰੋਜ਼ ਪੜਨ ਦਾ ਸਮਾਂ ਜ਼ਰੂਰ ਕੱਢੋ ਆਪਣੇ ਬੱਚਿਆਂ ਦੇ ਨਾਲ। ਬਾਤਾਂ, ਲੋਰੀਆਂ, ਸਾਖੀਆਂ, ਇਤਿਹਾਸ ਪੜ੍ਹ ਕੇ ਸੁਣਾਓ ਤੇ ਆਪ ਵੀ ਇਹ ਕਿਤਾਬ ਹੱਥ ਵਿੱਚ ਲੈ ਕੇ ਪੜ੍ਹੋ ਤੇ ਆਪਣੇ ਬੱਚਿਆਂ ਨੂੰ ਵੀ ਪੜ੍ਹਨ ਲਈ ਪ੍ਰੇਰਿਤ ਕਰੋ ਜੀ। ਜਦ ਤੱਕ ਬੱਚਾ ਆਪਣੀ ਮਾਂ ਬੋਲੀ ਦੇ ਨਾਲ ਜਾਣੂ ਨਹੀਂ ਹੈ, ਉਹਨੂੰ ਨਹੀਂ ਪੜ੍ਹਨਾ ਲਿਖਣਾ ਜਾਣਦਾ, ਉਹ ਅਨਪੜ੍ਹ ਹੈ, ਭਾਵੇਂ ਅੰਗਰੇਜ਼ੀ ਜਾਂ ਫ੍ਰੈਂਚ ਜਾਂ ਜਰਮਨ ਜਿੰਨੀ ਲੱਖ ਸਿੱਖ ਲਵੇ। ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਾਖਰ ਕਰਨਾ ਚਾਹੁੰਦੇ ਹੋ, ਪੜ੍ਹਾਉਣਾ ਚਾਹੁੰਦੇ ਹੋ ਤੇ ਉਹਨਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜੋ ਕਿਉਂਕਿ ਮਾਂ ਬੋਲੀ ਸਿੱਖ ਕੇ ਦੂਸਰੀਆਂ ਬੋਲੀਆਂ ਸਿੱਖਣੀਆਂ ਸੌਖੀਆਂ ਹੋ ਜਾਂਦੀਆਂ ਨੇ। ਜੀ। ਔਰ ਅੰਗਰੇਜ਼ੀ ਕੋਈ ਜੀਵਨ ਜਾਂਚ ਨਹੀਂ ਹੈ, ਅੰਗਰੇਜ਼ੀ ਇੱਕ ਬੋਲੀ ਹੈ, ਉਹਨੂੰ ਇੱਕ ਬੋਲੀ ਦੇ ਤੌਰ ਤੇ ਲਵੋ ਜਿਵੇਂ ਦੂਜੀਆਂ ਬੋਲੀਆਂ ਨੇ। ਘਾਹ ਖੁੱਤ ਦੇ ਘਾਹੀਓ ਲਕਟਨੂ ਟਨੂ ਟਾਲੀ ਮੇਰੇ ਬਛੜੇ ਲਕਟਨੂ ਟਨੂ ਹਵਾ ਵਗੂ ਡਿੱਗ ਪੈਣਗੇ ਲਕਟਨੂ ਟਨੂ ਧੁੱਪ ਪਊ ਸੜ ਜਾਣਗੇ ਲਕਟਨੂ ਟਨੂ। ਸੋ ਬਹੁਤ ਸੋਹਣਾ ਮਤਲਬ ਤੁਸੀਂ ਲਿਖਿਆ ਹੈਗਾ ਤੇ ਅਸੀਂ ਆਸ ਕਰਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਹਰ ਬੱਚੇ ਦੇ ਕੋਲ ਇਹ ਕਿਤਾਬ ਹੋਵੇ ਤੇ ਬਾਹਰ ਜਿਹੜੇ ਵਸਦੇ ਨੇ ਬੱਚੇ ਜਿਨ੍ਹਾਂ ਲਈ ਖਾਸ ਤੌਰ ਤੇ ਲਿਖੀਆਂ ਗਈਆਂ ਕਿਤਾਬਾਂ ਨੇ, ਹਰ ਕਿਸੇ ਦੇ ਹੱਥ ਵਿੱਚ ਇਹ ਕਿਤਾਬਾਂ ਹੋਣ ਤੇ ਪੰਜਾਬੀ ਦੇ ਨਾਲ ਸਾਰੇ ਉਵੇਂ ਹੀ ਪਿਆਰ ਕਰਨ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ ਤੇ ਮਾਣ ਕਰਦੇ ਹੁੰਦੇ ਸੀ। ਤਾਂ ਭੈਣ ਜੀ ਗੁਰਮੀਤ ਕੌਰ ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ, ਤੁਹਾਡੀ ਯਾਤਰਾ ਸਫਲ ਰਹੇ। ਮਿਹਰਬਾਨੀ ਤੁਹਾਡੀ, ਸਤਿ ਸ੍ਰੀ ਅਕਾਲ। ਤੇ ਲੋਕੀ ਕਹਿੰਦੇ ਆ ਤੁਹਾਡੇ ਇੱਥੇ ਕੋਈ ਗੁਰੂ ਸਾਹਿਬਾਨ ਕਿਉਂ ਨਹੀਂ ਹੋਏ ਔਰਤ, ਤੇ ਮੈਂ ਕਿਹਾ ਕਿ ਔਰਤਾਂ ਦੇ ਇੱਥੇ ਬੱਚੇ ਸੀ, ਉਹ ਔਰਤਾਂ ਨਹੀਂ ਤੇ ਉਹਨਾਂ ਨੂੰ ਕੋਈ ਜਥੇਦਾਰ ਕਿਉਂ ਨਹੀਂ ਬਣਾਇਆ ਇਹ ਵੀ ਕਹਿੰਦੇ ਨੇ ਬਣਾਇਆ, ਪਰ ਜਥੇਦਾਰ ਵੀ ਔਰਤਾਂ ਦੇ ਪੁੱਤ ਸੀਗੇ। ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਇੱਕ ਗਲਤੀ ਹੋਈ ਹੈ ਕਿ ਅਸੀਂ ਆਪਣੇ ਇਤਿਹਾਸ ਵਿੱਚ, ਆਪਣੇ ਅਦਬ ਵਿੱਚ, ਆਪਣੇ ਸਾਹਿਤ ਵਿੱਚੋਂ ਕੁੜੀਆਂ ਨੂੰ ਮਨਫੀ ਕੀਤਾ। ਹਾਂਜੀ, ਜਦਕਿ ਕੁੜੀਆਂ ਦੀ, ਔਰਤਾਂ ਦੀ ਕੁਰਬਾਨੀ ਬਹੁਤ ਰਹੀ ਹੈ। ਸੋ ਮੈਂ ਉਹ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਉਹ ਜਿਹੜਾ ਥੋੜਾ ਬਹੁਤ ਕਰੈਕਸ਼ਨ ਕਰ ਸਕਾਂ। ਬਾਬਾ ਅਟਲ ਪੱਕੀਆਂ ਪਕਾਈਆਂ ਘੱਲ। ਸੋ ਉਧਰੋਂ ਅਸੀਂ ਆ ਰਹੇ ਹਾਂ। ਇਧਰ ਸਾਰਾ ਬਾਜ਼ਾਰ ਹੈ, ਇਹ ਅੰਮ੍ਰਿਤਸਰ ਦਾ। ਹਰਵਿੰਦਰ ਤੁਸੀਂ ਹੁਣ ਅੰਮ੍ਰਿਤਸਰ ਨੂੰ ਦਿਖਾਓ। ਆਪਾਂ ਇੱਧਰ ਤੁਰਦੇ ਹਾਂ। ਪੰਜਾਬੀ ਨਹੀਂ ਆਉਂਦੀ ਫਿਰ ਦੂਸਰੀ ਲੈਂਗੁਏਜ ਤੇ ਫਿਰ ਕਹਿੰਦੀ ਹੈ ਕਿ ਹਾਂ ਵੀ ਸਰ ਰਿਕਾਰਡਿੰਗ ਲੱਗੀ ਇੰਗਲਿਸ਼ ਹੈ। ਗੱਲ ਕਰਨੀ ਹੈ। ਹਾਂ ਤੇ ਸਾਡੇ ਫਿਰ ਆਪਾਂ ਐਂ ਕਰੋ, ਗੋਰੇ ਨਾਲ ਪੰਜਾਬੀ 'ਚ ਗੱਲ ਕਰੀਏ, ਆਪਾਂ ਅੰਗਰੇਜ਼ੀ ਨਹੀਂ ਗੱਲ ਕਰਨੀ, ਆਪਾਂ ਗੋਰੇ ਸਮਝਣਗੇ ਆਪੇ। ਗੋਰਿਆਂ ਦੀ ਗੱਲ ਨਹੀਂ ਮੈਂ ਕਰ ਰਹੀ, ਮੈਂ ਇੱਥੇ ਆਪਣੇ ਮੁਲਕ ਦੀ ਗੱਲ ਕਰ ਰਹੀ ਹਾਂ। ਹਿੰਦੀ ਨਾਲ ਕਿਉਂ ਪਰੇਸ਼ਾਨੀ ਹੈ? ਗੋਰੇ ਹੁਣ ਆਪ ਹਿੰਦੀ ਨਾਲ ਪਰੇਸ਼ਾਨੀ ਨਹੀਂ ਹੈ, ਉਹ ਆਪਦੀ ਬੋਲੀ। ਹੁਣ ਆਪਾਂ ਮੁਲਕ ਗੋਰਿਆਂ ਦੇ ਮੁਲਕ ਜਾਂਦੇ ਆ, ਉੱਥੇ ਗੋਰੇ ਸਾਡੀ ਬੋਲੀ ਸਿੱਖਦੇ ਨੇ? ਕਦੇ ਵੀ ਨਹੀਂ ਸਿੱਖਦੇ। ਠੀਕ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਆਪਣੀ ਬੋਲੀ ਸਿੱਖ ਲੈਣੀ ਹੈ। ਜੇ ਦੂਸਰੇ ਸਟੇਟਾਂ ਦੇ ਬੰਦੇ ਸਾਡੇ ਸੂਬੇ 'ਚ ਆਏ ਨੇ, ਜੇ ਅਸੀਂ ਉਹਨਾਂ ਨਾਲ ਉਹਨਾਂ ਦੀ ਬੋਲੀ ਜਾਵਾਂਗੇ